ਨਮਸਕਾਰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਵਨਸ ਏ ਮੰਥ ਮਿਲਦੇ ਆ ਆਪਣਾ ਇਸ ਪ੍ਰੋਗਰਾਮ ਦੇ ਇਨਫੋਰਮੇਸ਼ਨ ਗਰੁੱਪ ਦੇ ਵਿੱਚ। ਤੇ ਅੱਜ ਦਾ ਸਬਜੈਕਟ ਅਸੀਂ ਕੰਟੀਨਿਊ ਕਰਾਂਗੇ ਜਿਹੜਾ ਕਿ ਲਾਸਟ ਵੀਕ ਸੀ, ਪੇਰੈਂਟਸ ਚਿਲਡਰਨ ਕਮਿਊਨੀਕੇਸ਼ਨ ਨੂੰ ਕਿਵੇਂ ਇੰਪਰੂਵ ਕਰੀਏ। ਬਾਕੀ ਸਲਮਾਨ ਸ਼ੇਖ ਭਾਜੀ ਨੇ ਵੀ ਕਾਫੀ ਗੱਲਾਂ ਦੱਸੀਆਂ ਸੀ। ਹਾਂਜੀ ਸਲਮਾਨ ਭਾਜੀ, ਕੰਟੀਨਿਊ ਕਰੋ ਜਿੱਥੇ ਆਪਾਂ ਛੱਡਿਆ ਸੀ ਪਿਛਲੇ ਲਾਸਟ ਟਾਈਮ ਤੇ। ਜੀ ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ, ਗ੍ਰੀਟਿੰਗਸ ਸਾਰੇ ਦੋਸਤਾਂ ਨੂੰ, ਸਾਰੇ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ ਜਿਹੜੀਆਂ ਸਾਨੂੰ ਜੁਆਇਨ ਕਰ ਰਹੀਆਂ ਨੇ, ਸਾਰੇ ਜਿਹੜੇ ਸਾਨੂੰ ਜੁਆਇਨ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਤੇ ਪਿਛਲਾ ਜਿਹੜਾ ਅਸੀਂ ਪਾਰਟ 1 ਕੀਤਾ ਸੀ ਜਿਹਦੇ 'ਚ ਮੈਂ ਤੇ ਪ੍ਰੋਫੈਸਰ ਰਵੀ ਸੀ, ਮੇਨ ਚੀਜ਼ ਉਹਦੇ ਅੰਦਰ ਆਈ ਸੀ ਕਿ ਅਸੀਂ ਜਿਹੜੀ ਕਮਿਊਨੀਕੇਸ਼ਨ ਹੈ, ਜਿਹੜੀ ਮਾਂ-ਬਾਪ ਦੀ ਬੱਚੇ ਦੇ ਨਾਲ ਕਮਿਊਨੀਕੇਸ਼ਨ ਹੁੰਦੀ ਹੈ, ਤੇ ਕਿਸ ਨਾਲ ਉਹਨੂੰ ਤੁਸੀਂ ਨਿਭਾ ਸਕਦੇ ਹੋ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਅੱਗੇ ਜਾ ਕੇ ਫਿਰ ਉਹਨਾਂ ਦੀ ਤੁਸੀਂ ਪਰਵਰਿਸ਼ ਕਰਨੀ ਹੈ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਉਹਨਾਂ ਨੂੰ ਮਸਲਾ ਨਾ ਹੋਏ, ਉਹ ਹਰ ਆਪਣੀ ਜ਼ਿੰਦਗੀ ਦੀ ਚੀਜ਼ ਜਿਹੜੀ ਹੈ ਟੈਕਲ ਕਰ ਸਕਣ। ਤੇ ਇਹ ਮੇਨ ਚੀਜ਼ ਅਸੀਂ ਸਮਰਾਈਜ਼ ਕੀਤੀ ਸੀ ਪਾਰਟ 1 ਦੇ ਵਿੱਚ ਕਿ ਕਮਿਊਨੀਕੇਸ਼ਨ ਜਿਹੜੀ ਹੈ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਵੈਸਟਰਨ ਸੋਸਾਇਟੀ ਦੇ ਵਿੱਚ ਰਹਿ ਕੇ ਆਪਣਾ ਕਲਚਰ ਵੀ ਲੂਜ਼ ਨਾ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰ ਸਕਦੇ ਹੋ। ਮਗਰ ਮੇਨ ਚੀਜ਼ ਆਉਂਦੀ ਹੈ ਤੁਹਾਡੀ ਕਮਿਊਨੀਕੇਸ਼ਨ ਤੇ ਕਿਸ ਨਾਲ ਤੁਸੀਂ ਬੈਲੈਂਸ ਕਰ ਰਹੇ ਹੋ ਆਪਣਾ ਕਲਚਰ ਤੇ ਇੱਕ ਬੇਸਿਕਲੀ ਨਵੀਂ ਸੋਸਾਇਟੀ ਦੇ ਵਿੱਚ ਰਹਿਣਾ, ਚਾਹੇ ਇੰਗਲੈਂਡ ਹੋਏ, ਕੈਨੇਡਾ ਹੋਏ, ਅਮਰੀਕਾ ਹੋਏ, ਉਹ ਸੇਮ ਵੈਸਟਰਨ ਕਨਸੈਪਟ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਤਰੀਕੇ ਨਾਲ ਜੀ ਸਕਦੇ ਹੋ ਕਿ ਹਰ ਚੀਜ਼ ਜਿਹੜੀ ਹੈ ਉਹਨਾਂ ਵਾਸਤੇ ਵੀ ਅੱਛੀ ਜਾਏ, ਤੁਹਾਡੇ ਵਾਸਤੇ ਵੀ ਅੱਛੀ ਜਾਏ। ਉਹ ਇਹ ਹੁਣ ਜਿਹੜਾ ਮੇਰਾ ਇਹ ਵਾਲਾ ਪੁਆਇੰਟ ਹੈ, ਇਹ ਮੈਂ ਕਹਿਣਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਆਪਣਾ ਡਿਸੀਜਨ ਲੈਣ ਦੇਵੋ, ਉਹਨਾਂ ਤੇ ਕੋਈ ਚੀਜ਼ ਨਾ ਫੋਰਸ ਕਰੋ। ਮੈਂ ਇੱਥੇ ਜਿਹੜੇ ਮੈਂ ਵੈਸਟਰਨ ਸੋਸਾਇਟੀ 'ਚ ਵੱਡਾ ਹੋਇਆ, ਮੈਂ ਦੇਖਿਆ ਮੇਰੇ ਕਾਫੀ ਜਿਹੜੇ ਮੇਰੇ ਪੰਜਾਬੀ ਦੋਸਤ ਸੀ ਜਾਂ ਇੰਡੀਅਨ ਪਾਕਿਸਤਾਨੀ ਦੋਸਤ ਸੀ, ਉਹ ਇੱਕ ਗਲਤ ਰਸਤੇ ਲੱਗ ਜਾਂਦੇ ਨੇ ਕਿਉਂਕਿ ਉਹ ਸਾਈਕੋਲੋਜੀਕਲੀ ਉਹਨਾਂ ਦੇ ਪ੍ਰੈਸ਼ਰ ਪੈ ਜਾਂਦਾ, ਕਿਉਂਕਿ ਬੱਚੇ ਦੇ ਦਿਲ ਦੇ ਵਿੱਚ ਵੀ ਮਾਂ-ਬਾਪ ਵਾਸਤੇ ਪਿਆਰ ਹੁੰਦਾ ਨਾ, ਤੇ ਉਹ ਦੋਨੋਂ ਚੀਜ਼ਾਂ ਦੇ ਵਿੱਚ ਸਟਕ ਹੋ ਜਾਂਦੇ ਨੇ। ਹਾਂ ਵੀ ਇੱਕ ਵੈਸਟਰਨ ਸੋਸਾਇਟੀ ਹੈ, ਇੱਕ ਮੇਰਾ ਕਲਚਰ ਹੈ, ਮੈਂ ਇਹ ਚੀਜ਼ ਕਰਨੀ ਹੈ, ਮਗਰ ਮੇਰਾ ਮਾਂ-ਬਾਪ ਮੇਰੇ ਤੇ ਇਹ ਚੀਜ਼ ਫੋਰਸ ਕਰਦਾ ਪਿਆ। ਉਹ ਫਿਰ ਜਿਹੜਾ ਲੜਕਾ ਜਾਂ ਲੜਕੀ ਹੁੰਦਾ ਉਹ ਗਲਤ ਰਸਤੇ ਚਲਾ ਜਾਂਦਾ, ਜਾਂ ਡਰੱਗਸ ਤੇ ਲੱਗ ਜਾਂਦੇ ਨੇ, ਜਾਂ ਐਲਕੋਹਲ ਤੇ ਲੱਗ ਜਾਂਦੇ ਨੇ, ਜਾਂ ਗਲਤ ਸੁਸਾਇਟੀਆਂ ਨਾਲ ਉਹਨਾਂ ਦੀ ਗੈਦਰਿੰਗ ਹੋ ਜਾਂਦੀ ਹੈ, ਉਹ ਕੁਝ ਗਲਤ ਫੈਸਲਾ ਵੀ ਲੈ ਸਕਦੇ ਨੇ। ਮੈਂ ਇੰਨੇ ਬੰਦਿਆਂ ਨੂੰ ਜਾਣਦਾ ਜਿਹੜੇ ਮੇਰੇ ਆਪਣੇ ਜਾਣਨ ਵਾਲੇ ਨੇ, ਜਿਨ੍ਹਾਂ ਨਾਲ ਮੈਂ ਸਕੂਲ ਗਿਆ, ਜਿਨ੍ਹਾਂ ਦੀ ਓਵਰਡੋਸ ਹੋ ਗਈ, ਜਿਨ੍ਹਾਂ ਨੇ ਕੋਈ ਗਲਤ ਫੈਸਲਾ ਲੈ ਲਿਆ, ਜਿਨ੍ਹਾਂ ਦੇ ਮਾਂ-ਬਾਪ ਕੋਈ ਜ਼ਬਰਦਸਤੀ ਉਹਨਾਂ ਦੀ ਕੋਈ ਸ਼ਾਦੀ ਕਰ ਰਹੇ ਸੀ। ਤੇ ਇਹ ਵੀ ਇੱਕ ਚੀਜ਼ ਹੈ, ਉਹਨਾਂ ਦੇ ਨਾਲ ਇਹ ਫੋਰਸ ਨਾ ਕਰੋ। ਜੋ ਵੀ ਉਹਨਾਂ ਦਾ ਕੈਰੀਅਰ ਚੋਇਸ ਹੈ ਉਹਨਾਂ ਦੀ ਸਪੋਰਟ ਕਰੋ, ਜੋ ਵੀ ਉਹਨਾਂ ਦੀ ਮੈਰਿਜ ਚੋਇਸ ਹੈ ਉਹਨਾਂ ਦੀ ਸਪੋਰਟ ਕਰੋ, ਕਿਉਂਕਿ ਇੱਥੇ ਰਹਿ ਕੇ ਉਹਨਾਂ ਨਾਲ ਹੀ ਕੰਪੈਟੇਬਲ ਹੋਣਾ ਜਿਹੜੇ ਇੱਥੋਂ ਦੇ ਨੇ, ਜਿਹੜੇ ਬਕਾਏ ਇੰਡੀਅਨ ਪਾਕਿਸਤਾਨੀ ਨੇ। ਤੇ ਇਹ ਵੀ ਮੈਂ ਇੱਕ ਨਵੀਂ ਟ੍ਰੈਂਡ ਦੇਖ ਰਿਹਾ ਕਿ ਜਿਹੜੇ ਇੱਥੋਂ ਦੇ ਪਾਪੂਲੇਸ਼ਨ ਜਿਹੜੀ ਵੱਡੀ ਹੁੰਦੀ ਵੀ ਆ, ਉਹ ਇੱਥੇ ਹੀ ਜਿਹੜੇ ਬਕਾਇਆ ਇੰਡੀਅਨ ਪਾਕਿਸਤਾਨੀ ਲੜਕੇ ਲੜਕੀਆਂ ਨੇ ਉਹ ਇਸ ਨਾਲ ਇੱਕ ਦੂਸਰੇ ਦੇ ਨਾਲ ਕੰਪੈਟੇਬਿਲਿਟੀ ਕਰਦੇ ਪਏ ਨੇ, ਬਜਾਏ ਕਿ ਜਿਸ ਨਾਲ ਉਹ ਸਾਡੇ ਪੇਰੈਂਟਸ ਸਾਨੂੰ ਫੋਰਸ ਕਰਦੇ ਨੇ ਜਾਂ ਵੀ ਪਾਕਿਸਤਾਨ ਜਾਂ ਇੰਡੀਆ ਜਾਂ ਉੱਥੋਂ ਦੀ ਵਾਈਫ ਜਾਂ ਹਸਬੈਂਡ ਲੈ ਕੇ ਫਿਰ ਇੱਥੇ ਲੈ ਕੇ ਆ। ਉਹ ਚੀਜ਼ ਜਿਹੜੀ ਹੈ ਉਹ ਗੱਲ ਨਹੀਂ ਚੱਲਣੀ ਇੱਥੇ। ਹਾਂਜੀ, ਫੋਰਸ ਨਹੀਂ ਕਰ ਸਕਦੇ ਬੱਚਿਆਂ ਨੂੰ। ਹਾਂਜੀ, ਤੁਸੀਂ ਫੋਰਸ ਨਹੀਂ ਕਰ ਸਕਦੇ। ਆਪਣੇ ਬੱਚਿਆਂ ਨਾਲ ਪਿਆਰ ਕਰੋ, ਉਹਨਾਂ ਦੇ ਡਿਸੀਜਨ ਹਰ ਚੀਜ਼ 'ਚ ਉਹਨਾਂ ਦੀ ਸਪੋਰਟ ਕਰੋ, ਮਗਰ ਉਹਨਾਂ ਤੇ ਫੋਰਸ ਨਾ ਕਰੋ, ਉਹਨਾਂ ਨੂੰ ਆਪਣਾ ਡਿਸੀਜਨ ਲੈਣ ਦਿਓ। ਤੇ ਅਗਲੀ ਜਿਹੜੀ ਪੁਆਇੰਟ ਹੈ ਮੇਰੀ ਕਿ ਆਪਣੇ ਬੱਚਿਆਂ ਨੂੰ ਰਿਸਪੈਕਟ ਕਰਨਾ ਸਿਖਾਓ। ਟੀਚ them how to respect the others, ਕਿਉਂਕਿ ਅਸੀਂ ਇਹ ਚੀਜ਼ਾਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਵੀ ਮੇਰਾ ਬੇਟਾ ਡਾਕਟਰੀ ਕਰ ਰਿਹਾ, ਜਾਂ ਉਹਨੇ ਹਾਈ ਸਕੂਲ ਕੰਪਲੀਟ ਕੀਤਾ, ਕਾਲਜ ਗਿਆ, ਯੂਨੀਵਰਸਿਟੀ ਗਿਆ, ਹਰ ਉਹਨੇ ਦੁਨੀਆ ਦਾ ਜਿਹੜਾ ਨੌਲੇਜ ਹੈ ਬੁੱਕਸ ਦਾ, ਕੋਰਸਿਸ ਦਾ, ਉਹਨੇ ਅਪਲਾਈ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਮਗਰ ਜ਼ਿੰਦਗੀ ਦੇ ਵਿੱਚ ਦੋ ਫੇਜ਼ਸ ਨੇ ਤੁਹਾਡੀ, ਇੱਕ ਲਰਨਿੰਗ ਫੇਜ਼ ਹੈ ਤੁਹਾਡੀ ਤੇ ਇੱਕ ਐਪਲੀਕੇਸ਼ਨ ਫੇਜ਼ ਹੈ, ਕਿ ਜਿਹੜਾ ਤੁਸੀਂ ਸਾਰਾ ਨੌਲੇਜ ਆਪਣੇ ਅੰਦਰ ਲਿਆ, ਤੁਸੀਂ ਹੁਣ ਇਹ ਸੋਸ਼ਲ ਮੀਡੀਆ ਦਾ ਵੀ ਦੌਰ ਹੈ, ਯੂਟਿਊਬ ਦਾ ਦੌਰ ਹੈ, ਹੁਣ ਇੰਨਾ ਨੌਲੇਜ ਹੈ, ਸਾਰੇ ਆਪਣੇ ਫੋਨਾਂ ਦੇ ਵਿੱਚ ਲੈ ਕੇ ਫਿਰਦੇ ਪਏ ਨੇ, ਵਾਕਿੰਗ ਇਨਸਾਈਕਲੋਪੀਡੀਆਜ਼। ਜੋ ਵੀ ਤੁਸੀਂ ਚਾਹੋ ਤੁਸੀਂ ਗੂਗਲ ਕਰ ਸਕਦੇ ਹੋ, ਤੁਸੀਂ ਉਹਦੀ ਵੀਡੀਓ ਦੇਖ ਸਕਦੇ ਹੋ, ਤੁਸੀਂ ਉਹਦੀ ਬੁੱਕਸ ਪੜ੍ਹ ਸਕਦੇ ਹੋ। ਇਹ ਵਾਲੀ ਜਿਹੜੀ ਜਨਰੇਸ਼ਨ ਹੈ ਇਹਨਾਂ ਕੋਲ ਨੌਲੇਜ ਬਹੁਤ ਹੈ, ਮਗਰ ਬਹੁਤ ਘੱਟ ਹੈ ਜਿਹੜਾ ਐਪਲੀਕੇਸ਼ਨ ਫੇਜ਼ ਦੇ ਅੰਦਰ ਹੈ, ਕਿ ਕਿਸ ਤਰ੍ਹਾਂ ਤੁਸੀਂ ਨੌਲੇਜ ਆਪਣੀ ਜ਼ਿੰਦਗੀ ਦੇ ਉੱਤੇ ਅਪਲਾਈ ਕਰ ਰਹੇ ਹੋ ਜਿਹੜਾ ਤੁਸੀਂ ਸਿੱਖਿਆ। ਤੇ ਇਹ ਚੀਜ਼ ਜਿਹੜੀ ਹੈ ਆਪਣੇ ਬੱਚਿਆਂ ਨੂੰ ਦੂਸਰਿਆਂ ਦੀ ਰਿਸਪੈਕਟ ਕਰਨਾ ਸਿਖਾਓ। ਮੈਂ ਇੱਕ ਵੈਸਟਰਨ ਸੋਸਾਇਟੀ 'ਚ ਇਹ ਵੀ ਚੀਜ਼ ਦੇਖੀ ਹੈ ਕਿ ਜਿਹੜੇ ਸਾਡੇ ਇੰਡੀਅਨ ਪਾਕਿਸਤਾਨੀ ਜਾਂ ਜਿਹੜੇ ਸਾਡੇ ਪੰਜਾਬੀ ਘਰ ਨੇ, ਇੱਥੇ ਫੈਮਲੀਆਂ ਨੇ, ਇੱਕ ਘਰ ਮਾਂ-ਬਾਪ ਦੇ ਪਰੋਣੇ ਆਏ ਦੇ ਹੋਣਗੇ, ਬੱਚੇ ਅੰਦਰ ਆਉਂਦੇ ਨੇ, ਉਹ ਉਹਨਾਂ ਨੂੰ ਇਗਨੋਰ ਕਰ ਦਿੰਦੇ ਨੇ, ਉਹ ਫਿਰ ਪਰੋਣੇ ਨੂੰ ਵੀ ਫੀਲ ਬੈਡ ਹੁੰਦਾ ਹੈ, ਮਾਂ-ਬਾਪ ਨੂੰ ਵੀ ਉਹ
ਥੋੜੀ ਜਿਹੀ embarrassment ਹੁੰਦੀ ਹੈ ਕਿ ਮੇਰੇ ਬੱਚੇ ਨੇ ਰਿਸਪੈਕਟ ਨਹੀਂ ਦਿੱਤੀ ਤੇ ਉਹਨੂੰ ਪਤਾ ਹੀ ਨਹੀਂ ਰਿਸਪੈਕਟ ਕਰਨਾ, ਹਾਂ ਪਤਾ ਹੀ ਨਹੀਂ ਉਹਨਾਂ ਨੂੰ, ਨੌਲੇਜ ਵੀ ਹਾਂਜੀ ਘੱਟ ਹੈ। ਤੇ ਰਿਸਪੈਕਟ ਜਿਹੜੀ ਹੈ ਆਪਣੇ ਬੱਚਿਆਂ ਨੂੰ ਸਿਖਾਓ ਕਿ ਅਗਰ ਤੁਹਾਡੇ ਘਰ ਕੋਈ ਆਇਦਾ ਹੋਏ ਉਹਦੀ ਇੱਜ਼ਤ ਕਿਸ ਨਾਲ ਕਰਨੀ ਹੈ, ਤੁਸੀਂ ਕਿਸੇ ਦੇ ਘਰ ਜਾਓ ਉਹਦੀ ਇੱਜ਼ਤ ਕਿਸ ਨਾਲ ਕਰਨੀ ਹੈ, ਉਹਦੀ ਐਟੀਕੇਟਸ ਕੀ ਹੈ। ਕਿਉਂਕਿ ਇੱਥੇ ਜਿਹੜਾ ਇਸ ਕਲਚਰ ਦੇ ਵਿੱਚ ਮੈਂ ਵੱਡਾ ਹੋਇਆ ਕਿਉਂਕਿ ਇੱਥੇ ਦੇ ਸਾਰਿਆਂ ਨੂੰ ਫਸਟ ਨੇਮ ਤੁਸੀਂ ਬੁਲਾ ਸਕਦੇ ਹੋ, ਚਾਹੇ ਅਗਰ ਮੈਂ 30 ਸਾਲ ਮੇਰੀ ਉਮਰ ਹੈ ਤੇ ਮੇਰੇ ਸਾਹਮਣੇ ਇੱਕ ਸਿਆਣਾ ਹੋਏ 70-80 ਸਾਲ ਦਾ, ਉਹ ਕਹੇਗਾ ਮੈਨੂੰ call me Mike or call me something। ਸਾਡੇ ਕਲਚਰ 'ਚ ਅਸੀਂ ਅੰਕਲ ਕਹਿੰਦੇ ਆ, ਅਸੀਂ ਉਹ ਰਿਸਪੈਕਟ ਕਰਨੇ ਆ, ਅਸੀਂ ਸਾਰਾ ਕੁਝ ਕਰਨੇ ਆ। ਤੇ ਸਾਡੇ ਕਲਚਰ 'ਚ ਜਿਹੜਾ ਉਹ ਜ਼ਰੂਰੀ ਹੈ ਕਿ ਅਗਰ ਆਪਣੇ ਬੱਚਿਆਂ ਦੀ ਤੁਸੀਂ ਇੱਥੇ ਪਰਵਰਿਸ਼ ਕਰ ਰਹੇ ਹੋ, teach them how to respect the others। ਇਹ ਨਹੀਂ ਕਿ ਉਹ ਬੱਚਾ ਤੁਹਾਨੂੰ ਕਵੇ ਕਿ whatever mom and dad is my life, ਕਿਉਂਕਿ ਉਹ whatever ਵੀ ਕਹਿਣਾ ਉਸ ਮਾਂ ਬਾਪ ਦੇ ਦਿਲ ਦੇ ਉੱਤੇ ਬੀਤਦੀ ਹੈ ਨਾ, ਕਿ ਜਿਹਨੇ ਤੁਹਾਨੂੰ ਪੈਦਾ ਕੀਤਾ, ਪਰਵਰਿਸ਼ ਕੀਤੀ, 12-12 ਘੰਟੇ ਕੰਮ ਕੀਤਾ ਜਾਬਾ ਦੇ ਉੱਤੇ ਤੁਹਾਨੂੰ ਰੋਟੀ ਖਵਾਉਣ ਵਾਸਤੇ, ਤੇ ਇਹ ਵੀ ਚੀਜ਼ ਦੁੱਖ ਦਿੰਦੀ ਹੈ ਇੱਕ ਮਾਂ ਬਾਪ ਨੂੰ। ਤੇ ਬਿਹਤਰ ਹੈ ਕਿ ਤੁਸੀਂ ਉਹਨਾਂ ਨੂੰ ਵੀ ਰਿਸਪੈਕਟ ਸਿਖਾਓ ਤੇ ਅੱਗੇ ਜਾ ਕੇ ਉਹ ਵੀ, ਉਹਨਾਂ ਦੇ ਵੀ ਅਗਰ ਬੱਚੇ ਹੋਣਗੇ ਉਹ ਚੀਜ਼ ਉਹਨਾਂ ਨੂੰ ਪੈਸ ਔਨ ਕਰਨਗੇ ਕਿ ਤੁਹਾਡੀ ਪਰੰਪਰਾ ਹਮੇਸ਼ਾ ਆਪਣੇ ਬੱਚਿਆਂ ਦੇ ਅੰਦਰ ਜ਼ਿੰਦਾ ਰਹੇਗੀ। ਤੇ ਇੱਕ ਚੀਜ਼ ਇੱਕ ਹੋਰ ਹੈ ਕਿ ਵਾਈ ਮੈਜੋਰਿਟੀ, ਕਿ ਮੈਂ ਪਾਕਿਸਤਾਨੀ ਪੰਜਾਬੀ ਹਾਂ, ਮੇਰੇ ਦੋਸਤ ਇੰਡੀਅਨ ਪੰਜਾਬੀ, ਇੰਡੀਅਨ ਹਿੰਦੂਜ਼, ਸਾਰੇ ਜਿਹੜੇ ਨੇ ਪਾਕਿਸਤਾਨੀ ਵੀ ਆਪਣੇ ਕਾਫੀ, ਮੈਂ ਉਹਨਾਂ ਨਾਲ ਹੀ ਵੱਡਾ ਹੋਇਆ ਇੱਥੇ। ਹੁਣ ਅਸੀਂ ਸੇਮ ਕਸ਼ਤੀ ਦੇ ਅੰਦਰ ਸੀ ਕਿ ਸਾਡੇ ਮਾਂ ਬਾਪ ਸਾਨੂੰ ਇਸ ਕੰਟਰੀਆਂ ਦੇ ਵਿੱਚ ਲੈ ਕੇ ਆਏ ਸੀ, ਅਮਰੀਕਾ ਹੋਏ, ਇੰਗਲੈਂਡ ਹੋਏ, ਕੈਨੇਡਾ ਹੋਏ, ਅੱਛੀ ਜ਼ਿੰਦਗੀ ਸਾਨੂੰ ਦੇਣ ਵਾਸਤੇ, ਠੀਕ ਹੈ। ਤੇ ਇਹ ਕੀ ਚੀਜ਼ ਮੈਂ ਟ੍ਰੈਂਡ ਦੇਖ ਰਿਹਾ ਕਿ ਇਹ ਵੱਡੇ ਹੋ ਕੇ ਜਿਹੜੇ ਲੜਕੇ ਨੇ ਉਹ ਡਰੱਗਸ ਦੇ ਉੱਤੇ ਆ ਜਾਂਦੇ ਨੇ, ਜਾਂ ਗਲਤ ਸੁਸਾਇਟੀਆਂ ਨਾਲ ਉਹਨਾਂ ਦੀ ਉਠਕ ਬੈਠਕ ਹੋ ਜਾਂਦੀ ਹੈ। ਜਿਹੜੀਆਂ ਲੜਕੀਆਂ ਹੁੰਦੀਆਂ ਨੇ ਉਹਨਾਂ ਦੀ ਵੀ ਇੱਕ ਸੇਮ ਅਮਰੀਕਨ ਮਾਈਂਡ ਸੈਟ ਬਣ ਜਾਂਦਾ, ਉਹ ਘਰੋਂ ਦੌੜ ਜਾਂਦੀਆਂ ਨੇ, ਆਪਣੇ ਮਾਂ ਬਾਪ ਦਾ ਦਿਲ ਦੁਖਾ ਦਿੰਦੀਆਂ ਨੇ। ਇਹ ਕਿਉਂ ਹੈ? ਕਿਉਂਕਿ ਉਹ ਜਿਹੜਾ ਕਲਚਰ ਹੈ ਨਾ ਸਾਡਾ, ਉਹ ਵਾਲਾ ਇੱਥੇ ਦੇ ਨਾਲ, ਇਹ ਨਹੀਂ ਕਿ ਤੁਸੀਂ ਆਪਣਾ ਕਲਚਰ ਖੋ ਦਿਓ, ਮਗਰ ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਬੈਲੈਂਸ ਅਡਾਪਟ ਕਰੋ। ਕਿ ਬੈਲੈਂਸ ਕੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਨਾ ਖੋ ਦੇਵਾਂ ਕਿ ਉਹ ਗਲਤ ਚੀਜ਼ਾਂ ਦੇ ਵਿੱਚ ਲੱਗ ਜਾਣ ਜਾਂ ਕੋਈ ਗਲਤ ਫੈਸਲਾ ਲੈਣ। ਉਹਨਾਂ ਨਾਲ ਬੈਠ ਕੇ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕਰੋ। ਕਿਉਂਕਿ ਮੈਂ ਵੀ ਚੀਜ਼ ਦੇਖੀ ਹੈ, ਅਸੀਂ ਜਿਹੜੇ ਵੱਡੇ ਹੁੰਦੇ ਪਏ ਸੀ ਅਸੀਂ ਆਪਣੇ ਮਾਂ ਬਾਪ ਕੋਲ ਡਰਦੇ ਸੀ, ਯਾਰ ਮੇਰੇ ਬਾਪ ਨੂੰ ਪਤਾ ਨਾ ਚੱਲ ਜਾਏ ਕਿ ਅੱਜ ਸਕੂਲ ਮੇਰੇ ਨਾਲ ਕਿਸੇ ਦੀ ਫਾਈਟ ਹੋਈ ਹੈ, ਤੇ ਉਹ ਬਾਪ ਫਿਰ ਮੈਨੂੰ ਮਾਰੇਗਾ, ਮੈਨੂੰ ਪਕੜ ਕੇ ਮਾਰੇਗਾ। ਉਤੋਂ ਦੀ ਨਾਲ ਤੁਸੀਂ ਸਸਪੈਂਡ ਹੋ ਕੇ ਸਕੂਲ ਆ ਰਹੇ ਹੋ ਤੇ ਨਾਲ ਉਤੋਂ ਦੀ ਤੁਹਾਨੂੰ ਦੂਸਰਾ ਡਰ ਕਿ ਹੁਣ ਬਾਪ ਵੀ ਮੈਨੂੰ ਮਾਰੇਗਾ ਤੇ ਹੁਣ ਇਹ ਚੀਜ਼ਾਂ ਹੋਣਗੀਆਂ। ਤੇ ਆਪਣੇ ਬੱਚਿਆਂ ਦੇ ਨਾਲ ਜਿਹੜਾ ਦੋਸਤ ਬਣ ਕੇ ਰਹੋ, ਉਹਨਾਂ ਨਾਲ ਠੀਕ ਇੱਕ ਬਾਉਂਡਰੀ ਹੁੰਦੀ ਹੈ ਕਿ ਜ਼ਿਆਦਾ ਵੀ ਤੁਸੀਂ ਫਰੀ ਨਹੀਂ ਕਰਨਾ ਆਪਣੀ ਔਲਾਦ ਨੂੰ, ਮਗਰ ਇੱਕ ਪੈਰੈਂਟਸ ਦੀ ਇੱਕ ਬਾਉਂਡਰੀ ਹੋਣੀ ਚਾਹੀਦੀ ਹੈ ਕਿ ਹਾਂਜੀ ਮੈਂ ਇਸ ਬੱਚੇ ਦਾ ਮੈਂ ਪੈਰੈਂਟ ਹਾਂ, ਇਸ ਹੱਦ ਤੱਕ ਮੈਂ ਇਹਦਾ ਦੋਸਤ ਹਾਂ, ਇਸ ਹੱਦ ਤੱਕ ਮੈਂ ਇਹਨੂੰ ਡਿਸਿਪਲਿਨ ਵੀ ਕਰਾਂਗਾ ਅਗਰ ਇਹਨੇ ਕੁਝ ਗਲਤ ਫੈਸਲਾ ਕੀਤਾ ਜਾਂ ਕੁਝ ਗਲਤ ਕੀਤਾ। ਮਗਰ ਐਟ ਦ ਸੇਮ ਟਾਈਮ ਮੈਂ ਇਹ ਡਰ ਨਹੀਂ ਪਾਵਾਂਗਾ ਉਹਦੇ ਦਿਲ ਦੇ ਵਿੱਚ ਕਿ ਯਾਰ ਅਗਰ ਮੇਰੇ ਕੋਲ ਕੁਝ ਹੋ ਗਿਆ ਮੈਂ ਆਪਣੇ ਮਾਂ ਬਾਪ ਨੂੰ ਮੈਂ ਨਹੀਂ ਦੱਸ ਸਕਦਾ। ਉਹ ਘੁੱਟ ਕੇ ਫਿਰ ਉਹ ਜਿਹੜਾ ਉਹ ਮਰਦਾ ਜਾਂਦਾ ਆਪਣੇ ਅੰਦਰ। ਤੇ ਐਸੀ ਵਜ੍ਹਾ ਨਾਲ ਉਹ ਕਈ ਜਿਹੜੇ ਹੁੰਦੇ ਨੇ ਉਹ ਡਰੱਗਸ ਤੇ ਲੱਗ ਜਾਂਦੇ ਨੇ ਜਾਂ ਗਲਤ ਫੈਸਲਾ ਲੈ ਲੈਂਦੇ ਨੇ। ਜਿਮ ਭਾਜੀ ਕੁਝ ਕਹਿਣਾ ਚਾਹ ਰਹੇ? ਜਿਹੜੀ ਹੈ ਹਾਂਜੀ ਜਿਮ ਭਾਜੀ ਕੁਝ ਕਹਿਣਾ ਚਾਹੁੰਦੇ? ਇਹ ਵੀ ਬਹੁਤ ਸਲਮਾਨ ਦੇ ਨਾਲ ਹੀ ਲਿੰਕ ਕਰਦੀ ਹੈਗੀ ਆ ਕਿ ਕਈ ਵਾਰੀ ਜਦੋਂ ਤੁਹਾਡਾ ਨਾ ਪੇਰੈਂਟਸ ਨਾਲ ਕਨੈਕਸ਼ਨ ਨਹੀਂ ਹੁੰਦਾ, ਕੁਝ ਕੁਦਰਤੀ ਵੀ ਗਲਤ ਹੋ ਜਾਂਦਾ ਸਕੂਲ ਦੇ ਵਿੱਚ ਫਾਰ ਐਗਜ਼ਾਮਪਲ ਹੈ ਨਾ, ਤੇ ਕਨੈਕਸ਼ਨ ਹੁੰਦਾ ਨਹੀਂ, ਤੁਸੀਂ ਸ਼ੇਅਰ ਕਰ ਨਹੀਂ ਸਕਦੇ, ਉਧਰੋਂ ਘਰੋਂ ਡਰ ਪੈ ਜਾਂਦਾ ਤੁਹਾਨੂੰ, ਉਹ ਡਰ ਉਹ ਸਿਚੁਏਸ਼ਨ ਨੂੰ ਇੰਨਾ ਖਰਾਬ ਕਰ ਦਿੰਦਾ ਨਾ ਕਿ ਤੁਸੀਂ ਸਕੂਲ ਵੱਲੋਂ ਪ੍ਰੋਬਲਮ 'ਚ, ਘਰ ਵੱਲੋਂ ਵੀ ਪ੍ਰੋਬਲਮ 'ਚ, ਤੁਸੀਂ ਉਹ ਇਸ ਕਰਕੇ ਨਹੀਂ ਤੁਸੀਂ ਸ਼ੇਅਰ ਕਰ ਸਕਦੇ ਕਿਉਂਕਿ ਤੁਹਾਡਾ ਕਮਿਊਨੀਕੇਸ਼ਨ ਹੀ ਹੈ ਨਹੀਂ। ਅਗਰ ਤੁਹਾਡਾ ਮਾਂ ਬਾਪ ਦੇ ਨਾਲ ਗੱਲਬਾਤ ਹੈਗੀ ਆ ਤੇ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਸ਼ੇਅਰ ਕਰ ਲੈਂਦੇ ਹੈਗੇ ਨਾ, ਤੇ ਉਹ ਮਤਲਬ ਕਿ ਫ੍ਰੀ ਹੋ ਜਾਂਦੇ ਆ। ਮਾਂ ਬਾਪ ਤੁਹਾਨੂੰ ਦੇਖੋ, ਪੇਰੈਂਟਸ ਦੇ ਹੈਵ ਐਕਸਪੀਰੀਅੰਸ ਇਸ ਚੀਜ਼ ਦੇ ਵਿੱਚ, ਉਹ ਤੁਹਾਨੂੰ ਕਹਿ ਦੋ ਓਕੇ ਪੁੱਤਰ ਹੋ ਗਿਆ ਕੋਈ ਨਹੀਂ, ਬਟ ਡੋਂਟ ਡੂ ਇਟ ਨੈਕਸਟ ਟਾਈਮ। ਪਰ ਜਦੋਂ ਉਹ ਡਰ ਦੇ ਵਿੱਚ ਉਹ ਜੀਣਗੇ 2-4 ਦਿਨ, ਉਹ ਸਟ੍ਰੈਸ ਆਊਟ ਹੋ ਜਾਣਗੇ, ਉਹ ਹੋਰ ਵੀ ਗਲਤ ਕੰਮ ਕਰੂਗੇ। ਉਹ ਤੋਂ ਮਤਲਬ ਕਿ ਗਲਤ ਕੰਮ ਜਾਣ ਕੇ ਨਹੀਂ, ਕੁਦਰਤੀ ਹੋ ਜਾਂਦੇ ਆ ਇਹ। ਬਿਲਕੁਲ ਸਹੀ। ਹਾਂਜੀ ਬਿਲਕੁਲ ਐਸਾ ਹੀ ਹੈ, ਐਸਾ ਹੀ ਹੈ। ਤੇ ਹੁਣ ਅਗਲਾ ਜਿਹੜਾ ਮੇਰਾ ਪੁਆਇੰਟ ਹੈ ਕਿ ਆਪਣੇ ਬੱਚਿਆਂ ਦੀ ਜਿਹੜਾ ਉਹਨਾਂ ਦੇ ਡਿਸੀਜਨਸ, ਉਹਨਾਂ ਦੇ ਲਾਈਫ ਡਿਸੀਜਨ ਤੁਸੀਂ ਸਪੋਰਟ ਕਰੋ, ਉਹਨਾਂ ਨਾਲ ਕਮਿਊਨੀਕੇਸ਼ਨ ਕਰੋ, ਉਹਨਾਂ ਦੀ ਕਰੀਅਰ ਦੀ,
ਉਹਨਾਂ ਦੇ ਲਾਈਫ ਪਾਰਟਨਰ ਦੀ, ਉਹਨਾਂ ਦੇ ਲਾਈਫ ਇਸ਼ੂਜ਼ ਦੀ, ਕਿਉਂਕਿ ਹਰ ਬੰਦੇ ਦੀ ਇੱਕ ਆਪਣੀ ਇੱਕ ਕੰਪਲੈਕਸ ਸਿਚੁਏਸ਼ਨ ਹੁੰਦੀ ਹੈ। ਹਰ ਬੰਦਾ ਇੱਕ ਆਪਣੀ ਤਰ੍ਹਾਂ ਹੈ, ਉਹਦੀ ਇੱਕ ਆਪਣੀ ਸਟੋਰੀ ਹੈ, ਉਹਦੀ ਇੱਕ ਆਪਣੀ ਇੱਕ ਗੋਲਸ ਨੇ, ਉਹਦੇ ਆਪਣੇ ਟੈਲੈਂਟਸ ਨੇ। ਤੇ ਪਤਾ ਕਰੋ ਕਿ ਤੁਹਾਡੇ ਬੱਚੇ ਦੇ ਟੈਲੈਂਟਸ ਕੀ ਨੇ, ਉਹਦਾ ਕੀ ਦਿਲ ਹੈ ਜ਼ਿੰਦਗੀ ਦੇ ਬਾਰੇ ਚ, ਇਨਸਾਨੀਅਤ ਦੇ ਬਾਰੇ ਚ, ਤੇ ਉਸ ਚੀਜ਼ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਰੱਖੋ। ਦੈਟ ਵੇ ਉਹ ਜਿਹੜਾ ਦੋਸਤ ਵਾਲਾ ਰਿਸ਼ਤਾ ਹੁੰਦਾ ਮਗਰ ਇੱਕ ਬਾਉਂਡਰੀ ਦੇ ਨਾਲ, ਕਿ ਅੱਗੇ ਜਾ ਕੇ ਉਹ ਆਪਣੀ ਜ਼ਿੰਦਗੀ ਚ ਖੁਸ਼ਹਾਲ ਰਹਨ। ਮੇਰੇ ਜਿਹੜੇ ਮੈਜੋਰਿਟੀ ਅਮਰੀਕਨ ਦੋਸਤ ਨੇ 99% ਉਹਨਾਂ ਨੂੰ ਜਿਹੜੇ ਨੇ ਸਾਈਕੋਲੋਜੀਕਲ ਪ੍ਰੋਬਲਮ ਨੇ। ਕਿਉਂ? ਕਿਉਂਕਿ ਉਹ ਜਿਹੜੇ ਗੋਰੇ ਕਾਲੇ ਵੀ ਆ ਨੇ, ਉਹ ਉਹਨਾਂ ਨੂੰ ਵੀ ਵਿੱਚ ਮਿਲਾ ਕੇ ਐਸ ਸੋਸਾਇਟੀ ਇਨ ਜਨਰਲ, ਕਿਉਂਕਿ ਅਸੀਂ ਸਾਰੇ ਇੱਥੇ ਵੱਡੇ ਹੋ ਰਹੇ ਹਾਂ, ਯੂ ਨੋ, ਤੇ ਮੇਨ ਚੀਜ਼ ਆ ਹੈ ਕਿ ਮੈਂ ਮੈਜੋਰਿਟੀ, ਅਗਰ ਮੈਂ ਇੱਕ ਲੜਕੀ ਨੂੰ ਪੁੱਛਿਆ ਕਿ ਕਿਉਂ ਤੂੰ ਇਹ ਚੀਜ਼ਾਂ ਕਰਨੀ ਵੀ ਆਪਣੀ ਜ਼ਿੰਦਗੀ ਦੇ ਵਿੱਚ, ਕਹਿੰਦੀ ਮੇਰਾ ਬਾਪ ਮੇਰੇ ਘਰ ਨਹੀਂ ਸੀ, ਤੇ ਇਹ ਚੀਜ਼ਾਂ ਸੀ ਤੇ ਉਹ ਚੀਜ਼ਾਂ ਸੀ, ਤੇ ਮੇਰੇ ਕੋਲੋਂ ਗਲਤ ਫੈਸਲੇ ਹੋ ਗਏ, ਮੈਂ ਗਲਤ ਚੀਜ਼ਾਂ ਕੀਤੀਆਂ। ਮੈਂ ਉਹਨੂੰ ਮੁੰਡੇ ਨੂੰ ਇੱਕ ਪੁੱਛਿਆ, ਮੈਂ ਕਿਹਾ ਤੂੰ ਕਿਉਂ ਤੂੰ ਚੀਜ਼ਾਂ ਕਰਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ? ਕਹਿੰਦਾ ਮੇਰਾ ਬਾਪ ਘਰ ਨਹੀਂ ਸੀ, ਮੈਨੂੰ ਸਿੰਗਲ ਮਦਰ ਨੇ ਮੈਨੂੰ ਰੇਜ਼ ਕੀਤਾ, ਜਾਂ ਮੇਰੇ ਕੋਲ ਸਿਰਫ ਮੇਰਾ ਬਾਪ ਸੀ, ਮੇਰੀ ਮਾਂ ਨਹੀਂ ਸੀ। ਇਹ ਤੇ ਚੀਜ਼ ਇੱਥੇ ਕਾਮਨ ਹੈ, ਤੇ ਅਸੀਂ ਆਪਣੇ ਆਪ ਨੂੰ, ਸਾਨੂੰ ਲੱਕੀ ਸਮਝਣਾ ਚਾਹੀਦਾ। ਅਸੀਂ ਇਸ ਕਲਚਰ ਦੇ ਵਿੱਚੋਂ ਆਉਂਦੇ ਹਾਂ ਜਿਹਦੇ ਚ ਦੋਨੋਂ ਮਾਂ ਬਾਪ ਤੁਹਾਡੇ ਘਰ ਦੇ ਵਿੱਚ ਨੇ, ਤੁਹਾਨੂੰ ਰੇਜ਼ ਕਰਦੇ ਪਏ ਨੇ। ਤੇ ਇਹ ਜਿਹੜੀਆਂ ਚੀਜ਼ਾਂ ਮੈਂ ਪੁਆਇੰਟ ਆਊਟ ਕੀਤੀਆਂ ਨੇ, ਬਹੁਤ ਜ਼ਰੂਰੀ ਨੇ ਇਸ ਸੋਸਾਇਟੀ ਦੇ ਵਿੱਚ, ਜਿੱਥੇ ਮੈਜੋਰਿਟੀ the people have the psychological problems, because ਹਰ ਚੀਜ਼ ਕਿੱਥੋਂ ਸਟਾਰਟ ਹੁੰਦੀ ਹੈ? ਬਚਪਨ ਦੇ ਵਿੱਚੋਂ। ਮੇਰੀ ਮਾਂ ਘਰ ਨਹੀਂ ਸੀ, ਮੇਰਾ ਬਾਪ ਘਰ ਨਹੀਂ ਸੀ, ਮਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ, ਬਾਪ ਨੇ ਮੇਰੇ ਨਾਲ ਧਿਆਨ ਨਹੀਂ ਦਿੱਤਾ। ਹਾਂ ਵੀ ਚਲੋ ਜੀ, ਹੁਣ ਔਲਾਦ ਵੱਡੀ ਹੋ ਗਈ ਤੇ ਹੁਣ ਗਲਤ ਫੈਸਲੇ ਹੋਣ, ਉਹ ਟ੍ਰੇਨ ਜਿਹੜੀ ਆ ਉਹ ਪਟਰੀ ਤੋਂ ਉਤਰ ਗਈ ਹੈ। ਉਹ ਫਿਰ ਏਦਾਂ ਹੋ ਜਾਂਦੀ ਹੈ ਨਾ ਕਿ ਉਦੋਂ ਉਹਨਾਂ ਨੇ ਨਹੀਂ ਦਿੱਤਾ, ਫਿਰ ਉਹ ਬੱਚਾ ਸ਼ਾਇਦ ਵੱਡਾ ਹੋ ਕੇ ਕਹੂਗਾ at one time they didn't, now it's my turn। ਜਦੋਂ ਉੱਥੇ ਉਸ ਏਜ ਪਹੁੰਚ ਜਾਂਦਾ ਹੈਗਾ ਆ ਕਿ ਆਪਣੇ ਡਿਸੀਜ਼ਨ ਖੁਦ ਲੈਣ ਲੱਗ ਪੈਂਦਾ ਹੈਗਾ, ਲੈ ਸਕਦਾ ਆ, ਤੇ ਉਹ ਫਿਰ ਉਹਨੇ ਆਪਣੇ ਡਿਸੀਜ਼ਨ ਲੈਣ ਲੱਗ ਪੈਣੇ ਹੈਗੇ, ਉੱਥੇ ਹੀ ਉਹ ਫਿਰ ਕੰਮ ਖਰਾਬ ਹੋ ਜਾਣਾ ਨਾ, ਕਿ they are not going to listen to each other, ਤੇ ਉਹ ਕਨੈਕਸ਼ਨ ਸਾਰਾ ਕੁਝ ਟੁੱਟ ਜਾਂਦਾ ਹੈਗਾ। ਫਿਰ ਇਹ ਕਨੈਕਸ਼ਨ ਨੂੰ ਤੁਸੀਂ ਹਮੇਸ਼ਾ ਦੇ ਲਈ, ਸੋ ਇੱਕ ਸੱਚ ਮੈਂ ਇੱਕੋ ਹੀ ਆਖਰੀ ਗੱਲ ਅੱਜ ਕਹੂੰਗਾ, ਕਿਉਂਕਿ ਆਈ ਵਾਂਟ ਟੂ ਹੀਅਰ ਫਰੋਮ ਪ੍ਰੋਫੈਸਰ ਸਾਹਿਬ ਤੋਂ ਵੀ ਜ਼ਰੂਰ, ਕਿ ਹਾਂਜੀ, ਤੇ ਮੇਨ ਗੱਲ ਇਹ ਆ, ਉਹ ਭਾਜੀ ਉਹਨਾਂ ਨੇ ਐਕਚੁਅਲੀ ਲਾਸਟ ਟਾਈਮ ਕਿਹਾ ਸੀਗਾ ਕਿ ਕਦੇ ਵੀ ਆਪਣੇ ਬੱਚੇ ਨੂੰ, ਜੇ ਤੁਸੀਂ ਨਾ ਕੋਈ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੈਗੇ ਆ, ਜਾਂ ਕੋਈ ਸਿੱਖਿਆ ਵਾਲੀ ਉਹਨਾਂ ਨੂੰ ਕੁਛ ਟੀਚ ਕਰਨਾ ਚਾਹੁੰਦੇ ਆ, ਉਹਨਾਂ ਨੂੰ ਇੱਕ ਰਸਤਾ ਦਿਖਾਉਣਾ ਚਾਹੁੰਦੇ ਆ, ਜੇ ਰਸਤਾ ਦਿਖਾਣਾ ਨਾ, ਕਦੀ ਕਿਸੇ ਦੇ ਨਾਲ ਕੰਪੇਅਰ ਕਰਕੇ ਨਾ ਉਹਨੂੰ ਦਿਖਾਓ, ਕਹੋ ਕਿ ਦੇਖੋ ਉਹ ਬੱਚਾ ਏਦਾਂ ਆ, ਉਹ ਭਾਵੇਂ ਹੈ ਨਾ, ਤੁਸੀਂ ਉਹ ਭਾਵੇਂ ਉਹ ਹੀ ਇਜ਼ ਨਾਟ ਗੋਇੰ ਟੂ ਲਿਸਨ ਟੂ ਯੂ, ਜਦੋਂ ਤੁਸੀਂ ਕਿਸੇ ਦਾ, ਉਹ ਤੁਸੀਂ ਆਪਣਾ ਬੱਚਾ ਸਮਝ ਕੇ ਆਪਣਾ, ਯੂ ਨੋ, ਦੈਟ ਸ਼ੁਡ ਬੀ ਯੂਰ ਡਿਸੀਜ਼ਨ, ਕਿ ਤੁਸੀਂ, ਤਾਂ ਜੋ ਕਿ ਫਿਰ ਹੀ ਉਹ ਬੱਚਾ ਤੁਹਾਨੂੰ ਲਿਸਨ ਕਰੂਗਾ। ਕਿ ਜੇ ਤੁਸੀਂ ਉਹਨੂੰ ਕਹੋਗੇ ਕਿ ਦੇਖ ਤੂੰ ਮੇਰਾ ਪੋਤਿਆ, ਜੇ ਕੁਛ ਮੈਂ ਤੇਰੇ ਨਾਲ ਇੱਕ ਗੱਲ ਕਰਨ ਲੱਗਾ, ਮੈਨੂੰ ਨਾ ਚੰਗੀ ਤਰ੍ਹਾਂ ਸੁਣੀ, ਇਹ ਤੇਰੇ ਲਈ ਚੰਗੀ ਗੱਲ ਹੋਊਗੀ, ਉਹ ਦੈਨ ਹੀ ਵਿਲ ਫਾਲੋ। ਜੇ ਤੁਸੀਂ ਕਹੋਗੇ ਨਾ ਦੇਖ ਤੂੰ ਕੀ ਕਰਦਾ ਰਹਿੰਦਾ, ਉਹ ਦੇ ਕਿੰਨਾ, ਉਹ ਹੀ ਨਾਟ ਲਿਸਨ, ਉਹਦੇ ਰਿਜ਼ਲਟ ਗਲਤ ਹੀ ਆਣਗੇ। ਕੀ ਵਿਚਾਰ ਆ ਜੱਸੀ ਭਾਈ ਤੁਹਾਡੇ ਦੇ ਬਾਰੇ? ਨਹੀਂ, ਬਿਲਕੁਲ ਭਾਜੀ, ਮੈਂ ਉਹ ਗੱਲ ਨੂੰ ਮੰਨਦਾ, ਸਹੀ ਆ। ਕੰਪੇਅਰ ਨਾ ਕਰੋ, ਪਹਿਲੀ ਗੱਲ, ਬੱਚਿਆਂ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ, ਡਿਕਟੇਟਰਸ਼ਿਪ ਨਾ ਦਿਓ। ਬਿਲਕੁਲ ਆਪਣੇ ਬੱਚਿਆਂ ਤੇ ਜਿਹੜਾ ਦਬਾ ਕੇ ਰੱਖਣਾ, ਡਰਾ ਕੇ ਰੱਖਣਾ, ਉਹ ਬਹੁਤ ਜ਼ਿਆਦਾ ਗਲਤ ਅਸਰ ਪੈਂਦਾ ਬੱਚਿਆਂ ਤੇ, ਉਹ ਬਿਲਕੁਲ ਨਾ ਕਰੋ। ਤੇ ਉਹਨਾਂ ਨੂੰ ਉਤਸ਼ਾਹਿਤ ਕਰੋ, ਨਿੱਕਾ ਨਿੱਕਾ ਕੰਮ ਵੀ, ਭਾਵੇਂ ਛੋਟਾ ਕੰਮ ਵੀ ਕਰਦੇ, ਗੁੱਡ ਵੀ ਕਰਦੇ, ਸਟਾਰਟਿੰਗ ਤੇ ਉਹਨੂੰ ਥੋੜੀ ਥੋੜੀ ਚੀਜ਼ਾਂ ਨਾ ਕਹੋ ਵੀ ਦੈਟਸ ਗੁੱਡ, ਸਮਝਾਓ ਬੱਚਿਆਂ ਨੂੰ ਵੈਰੀ ਗੁੱਡ ਕਰ ਰਹੇ ਆ, ਇਹੋ ਜਿਹੀ ਗੱਲਾਂ ਬਾਤਾਂ ਮੈਂ, ਹਾਂਜੀ, ਬਹੁਤ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਆ, ਇਹ ਛੋਟੀ ਛੋਟੀਆਂ ਗੱਲਾਂ ਨਾ, ਮਤਲਬ ਕਿ ਕਈ ਪੇਰੈਂਟਸ ਨੂੰ ਵੀ ਉਹਨਾਂ ਨਾਲ ਆਪਣੇ ਬੱਚਿਆਂ ਦੇ ਨਾਲ ਗੱਲ ਨਹੀਂ ਕਰਨੀ ਆਉਂਦੀ ਹੈਗੀ ਨਾ, ਉਹੀ ਉਹ ਫਿਰ ਪ੍ਰੋਬਲਮ ਕ੍ਰੀਏਟ ਕਰ ਦਿੰਦੀ ਹੈਗੀਆਂ, ਯੂ ਨੋ। ਤੇ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਆਪਣੇ ਬੱਚੇ ਦੇ ਨਾਲ ਅੱਜ ਗੱਲ ਕਰਨ ਲੱਗੇ ਹੈਗੇ ਨਾ, ਕਿ ਫਸਟ ਆਫ ਆਲ ਇਹ ਨਹੀਂ ਹੈਗਾ ਕਿ ਉੱਥੇ 4 ਬੰਦੇ ਖੜੇ ਹੈਗੇ ਆ, ਤੁਸੀਂ ਉਹਨਾਂ ਦੇ ਵਿੱਚ ਖੜੇ ਕੇ ਗੱਲ ਕਰਨਾ ਲਓ, ਮੇਕ ਸ਼ੋਰ ਇਟਸ ਪ੍ਰਾਈਵੇਟ, ਦੈਟਸ ਅਨਦਰ ਥਿੰਗ। ਬਿਲਕੁਲ, ਤਾਂ ਜੋ ਕਿ ਹੋ ਸਕਦਾ ਬੱਚੇ ਦੇ ਮਨ 'ਚ ਹੋਊਗਾ ਤੁਸੀਂ ਪ੍ਰਾਈਵੇਟ ਖੜੇ ਆ, ਮੇਬੀ ਹੀ ਆਲਸੋ ਹੈਜ਼ ਸਮਥਿੰਗ ਟੂ ਸੇ, ਪਰ ਉੱਥੇ ਉਹ ਬੱਚਾ 4 ਜਣੇ ਵਿੱਚ ਨਹੀਂ ਬੋਲੇਗਾ, ਹੀ ਵਿਲ ਨਾਟ ਲਾਈਕ ਇਟ, ਹੀ ਵਿਲ ਗੋ ਅਗੇਂਸਟ
your own their own parents, ਉਹੀ ਚੀਜ਼ ਜਿਹੜੀ ਹੈਗੀ ਹੈ ਨਾ ਉਹ ਤੁਹਾਨੂੰ ਡਿਸਟਰੋਏ ਕਰਦੀ ਹੈ ਕਿਸਮ ਦੀ, ਇਟਸ ਲਾਈਕ ਦ ਪੋਇਜ਼ਨ। ਬਿਲਕੁਲ। ਹਾਂਜੀ ਪ੍ਰੋਫੈਸਰ ਰਵੀ ਤੁਸੀਂ ਵੀ ਤੁਹਾਡਾ ਵੀਡੀਓ ਕਰ ਲਓ ਔਨ। ਹਾਂਜੀ ਤੁਸੀਂ ਸਲਮਾਨ ਕੰਟੀਨਿਊ ਰੱਖੋ 5 ਮਿੰਟ ਹੋਰ। ਹਾਂਜੀ 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 ਮੇਰੇ ਬਸ ਮੇਰੇ ਤਿੰਨ ਹੋਰ ਪੁਆਇੰਟਸ ਨੇ, ਫਿਰ ਮੈਂ ਫਲੋਰ ਪ੍ਰੋਫੈਸਰ ਰਵੀ ਨੂੰ ਮੈਂ ਦੇ ਦੇਣਾ। ਹਾਂਜੀ ਹਾਂਜੀ ਤੇ ਜਿਹੜੇ ਮੇਰੇ ਆਖਰੀ ਜਿਹੜੇ 3 ਪੁਆਇੰਟਸ ਨੇ ਕਿ ਨੰਬਰ 1 ਆਪਣੇ ਬੱਚਿਆਂ ਦੇ ਨਾਲ ਜਿਹੜੇ ਸਾਈਕੋਲੋਜੀਕਲ ਇਸ਼ੂਜ਼ ਨੇ ਉਹਨਾਂ ਦੀ ਹੈਲਪ ਕਰੋ ਨੈਵੀਗੇਟ ਕਰਨ ਦੀ, ਕਿਉਂਕਿ ਮੈਂ ਇਸ ਕੰਟਰੀ ਦੇ ਵਿੱਚ ਵੱਡੇ ਹੁੰਦੇ ਆ ਮੈਂ ਐਸੀ ਚੀਜ਼ ਵੀ ਦੇਖੀ ਹੈ ਕਿ ਸਾਡੇ ਜਿਹੜੇ ਪੰਜਾਬੀ ਕਲਚਰ ਦੇ ਜਿਹੜੀ ਯੂਥ ਹੈ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਦੀ ਇੱਕ ਡਿਫਰੈਂਟ ਇੱਕ ਉਹਨਾਂ ਨੂੰ ਅਡੈਪਟ ਕਰਨਾ ਪੈਂਦਾ ਹੈ, ਕਿਉਂਕਿ ਘਰ ਇੱਕ ਉਹਨਾਂ ਨੂੰ ਕਲਚਰ ਮਿਲੇਗਾ, ਇੱਕ ਦੂਸਰਾ ਕਲਚਰ ਉਹਨਾਂ ਨੂੰ ਸਕੂਲ ਕਾਲਜ ਦੇ এনवायरमेंट 'ਚ ਮਿਲੇਗਾ। ਕਈ ਚੀਜ਼ਾਂ ਮੈਂ ਦੇਖੀਆਂ ਨੇ ਕਿ ਉਹਨਾਂ ਦੀ ਬੁਲੀਇੰਗ ਵੀ ਹੁੰਦੀ ਹੈ, ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਨੇ ਪੱਗ ਵੀ ਪਾਈ ਦੀ ਹੁੰਦੀ ਹੈ ਜਾਂ ਇੱਕ ਉਹਨਾਂ ਨੇ ਇੱਕ ਆਪਣਾ ਇੱਕ ਅਪੀਅਰੈਂਸ ਰੱਖਿਆ ਦਾ ਹੁੰਦਾ, ਉਹ ਦੂਸਰੇ ਮਜ਼ਾਕ ਉਡਾਉਂਦੇ ਨੇ ਜਾਂ ਦੂਸਰੇ ਬੁਲੀਇੰਗ ਕਰਦੇ ਨੇ ਉਹਨਾਂ ਦੀ। ਤੇ ਜਿਹੜੇ ਸਾਈਕੋਲੋਜੀਕਲ ਇਸ਼ੂਜ਼ ਨੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਦਾ ਹੌਸਲਾ ਇਨਕਰੀਜ਼ ਕਰੋ, ਕਿਉਂਕਿ ਇਸ ਸੋਸਾਇਟੀ ਜਿਹੜੀ ਹੈ ਜਿਹੜੀ ਮੇਰੀ ਜਨਰੇਸ਼ਨ ਦੀ ਹੈ ਜਿਹੜੇ ਹੁਣ ਵੱਡੇ ਹੋ ਰਹੇ ਨੇ, ਅਸੀਂ ਨਹੀਂ ਆਪਣੀ ਮਾਂ ਬਾਪ ਦੀ ਉਮਰਾਂ ਤੱਕ ਪਹੁੰਚਾਂਗੇ। ਜਿਹੜੇ ਸਾਡੇ ਮਾਂ ਬਾਪ ਨੇ ਜਿਹੜੇ 70-80 ਸਾਲ ਤੱਕ ਪਹੁੰਚ ਗਏ ਨੇ, 90 ਸਾਲ ਤੱਕ ਪਹੁੰਚ ਗਏ ਨੇ, ਅਸੀਂ ਨਹੀਂ ਮੇਰੀ ਜਨਰੇਸ਼ਨ ਨਹੀਂ ਪਹੁੰਚੇਗੀ। ਮੇਰੇ ਕਿੰਨੇ ਦੋਸਤ ਨੇ ਮੈਂ ਸੁਣਦਾ ਰਹਿਣਾ ਹਰ ਦੂਸਰੇ ਦਿਨ, ਅੱਜ ਇੱਕ 20 ਸਾਲ ਦਾ ਮਰ ਗਿਆ, ਅੱਜ 27 ਸਾਲ ਦਾ ਮਰ ਗਿਆ, 25 ਸਾਲ ਦਾ ਮਰ ਗਿਆ, ਉਹਨੂੰ ਇਹ ਪ੍ਰੋਬਲਮ ਸੀ, ਉਹਨੇ ਓਵਰਡੋਸ ਕਰ ਲਿਆ, ਉਹਨੇ ਇਹ ਹੋ ਗਿਆ, ਉਹਨੂੰ ਉਹ ਹੋ ਗਿਆ। ਕਿ ਇਹ ਸਾਡੀ ਜਨਰੇਸ਼ਨ ਜਿਹੜੀ ਹੈ ਬਹੁਤ ਸਟ੍ਰੈਸਫੁਲ এনवायरमेंट ਦੇ ਵਿੱਚ ਗਰੋ ਅਪ ਹੁੰਦੀ ਵੀ ਹੈ। ਇੱਕ ਦੋ ਦੁਨੀਆ ਦੇ ਵਿੱਚ ਆਪਣੇ ਮਾਈਂਡ ਨੂੰ ਤੇ ਆਪਣੇ ਦਿਲ ਨੂੰ ਤੁਸੀਂ ਅਡੈਪਟ ਕਰਨਾ। ਤੇ ਪਲੀਜ਼ ਜਿਹੜੇ ਮਾਂ ਬਾਪ ਜਿਹੜੇ ਸੁਣਦੇ ਪਏ ਨੇ ਆਪਣੇ ਬੱਚਿਆਂ ਦੇ ਨਾਲ ਦੋਸਤ ਬਣ ਕੇ ਰਹੋ, ਉਹਨਾਂ ਦੀ ਸਾਈਕੋਲੋਜੀਕਲ ਇਸ਼ੂਜ਼ ਸਪਿਰਿਚੁਅਲ ਇਸ਼ੂਜ਼ ਉਹਨਾਂ ਨਾਲ ਨੈਵੀਗੇਟ ਕਰੋ, ਕੁਛ ਉਹਨਾਂ ਦੇ ਫੋਰਸ ਨਾ ਕਰੋ ਤੇ ਉਹਨਾਂ ਨੂੰ ਖੁਸ਼ੀ ਨਾਲ ਉਹਨਾਂ ਨੂੰ ਕਹੋ ਕਿ ਜੋ ਤੁਹਾਡੀ ਲਾਈਫ ਕਰੀਅਰ ਹੈ, ਲਾਈਫ ਪਾਰਟਨਰ ਹੈ, ਜੋ ਤੁਸੀਂ ਆਪਣੀ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਕਰੋ, ਕਿ ਸਾਡੀ ਬਲੈਸਿੰਗ ਤੁਹਾਡੇ ਨਾਲ ਹੈ। ਇਸ ਨਾਲ ਉਹ ਬੱਚਾ ਖੁਸ਼ ਰਹੇਗਾ, ਉਹਨੂੰ ਹੌਸਲਾ ਰਹੇਗਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਮੇਰਾ ਮਾਂ ਬਾਪ ਮੇਰੇ ਨਾਲ ਹੈ, ਮੈਨੂੰ ਆਪਣੇ ਮਾਂ ਬਾਪ ਦੇ ਨਾਲ ਕੋਈ ਡਰ ਦਾ ਉਹ ਨਹੀਂ ਹੈ। ਕਿਉਂਕਿ 90% ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਇਹੀ ਹੈ ਕਿ ਨਾ ਕਮਿਊਨੀਕੇਸ਼ਨ ਹੈ, ਮਾਂ ਬਾਪ ਦਾ ਡਰ ਹੈ, ਕਲਚਰ ਦਾ ਡਿਫਰੈਂਸ ਹੈ, ਤੇ ਬਹੁਤ ਚੀਜ਼ਾਂ ਕੁਐਸਚਨ ਦੇ ਵਿੱਚ ਆ ਜਾਂਦੀਆਂ ਨੇ। ਤੇ ਮੇਰਾ ਆਖਰੀ ਪੁਆਇੰਟ ਬਿਫੋਰ ਗਿਵਿੰਗ ਦ ਫਲੋਰ ਟੂ ਪ੍ਰੋਫੈਸਰ ਰਵੀ ਇਜ਼ ਆਪਣੇ ਬੱਚਿਆਂ ਦੇ ਨਾਲ ਦੋਸਤ ਬਣ ਕੇ ਰਹੋ, ਕਿਉਂਕਿ ਉਹ ਤੁਹਾਡੀ ਔਲਾਦ ਹੈ। ਜਿਹੜਾ ਬਾਪ ਹੈ ਉਹ ਰੋਂਦਾ ਹਰ ਰੋਜ਼ ਕਿ ਮੇਰੀ ਔਲਾਦ ਜਿਹੜੀ ਹੈ ਅੱਗੇ ਵਧੇ, ਮਾਂ ਵੀ ਰੋਂਦੀ ਹੈ ਕਿ ਮੇਰੀ ਔਲਾਦ ਜਿਹੜੀ ਹੈ ਉਹ ਅੱਗੇ ਜ਼ਿੰਦਗੀ 'ਚ ਵਧੇ, ਉਹਨਾਂ ਨੂੰ ਸਕਸੈਸ ਮਿਲੇ, ਉਹਨਾਂ ਨੂੰ ਖੁਸ਼ੀਆਂ ਮਿਲਣ, ਸਭ ਕੁਛ ਮਿਲਣ ਉਹਨਾਂ ਨੂੰ। ਤੇ ਉਹ ਸਟਰਗਲ ਕਰਦੇ ਨੇ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਇਹ ਚੀਜ਼ ਦੇਣ ਵਾਸਤੇ। ਤੇ ਪਲੀਜ਼ ਉਹਨਾਂ ਦੇ ਨਾਲ ਜਿਹੜਾ ਉਹ ਡਰ ਖਤਮ ਕਰ ਦਿਓ, ਜਿਸ ਨਾਲ ਸਾਨੂੰ ਡਰ ਹੁੰਦਾ ਸੀ ਬਚਪਨ ਦੇ ਵਿੱਚ, ਯਾਰ ਹੁਣ ਸਕੂਲ 'ਚ ਇਹ ਹੋ ਗਿਆ, ਹੁਣ ਬਾਪ ਸਾਨੂੰ ਮਾਰੇਗਾ, ਇਹ ਚੀਜ਼ਾਂ ਹੋ ਜਾਣਗੀਆਂ। ਤੇ ਪਲੀਜ਼ ਆਪਣੇ ਬੱਚਿਆਂ ਦੇ ਨਾਲ ਦੋਸਤ ਬਣ ਕੇ ਰਹੋ, ਉਹ ਤੁਹਾਡੀ ਔਲਾਦ ਹੈ, ਤੁਹਾਡਾ ਪਿਆਰ ਹੈ, ਤੇ ਅੱਗੇ ਜਾ ਕੇ ਅਗਰ ਤੁਸੀਂ ਉਹਨਾਂ ਦੀ ਸਕਸੈਸ ਚਾਹੁੰਦੇ ਹੋ ਤੇ ਉਹਨਾਂ ਦੇ ਨਾਲ ਇੱਕ ਮਿੱਤਰ ਦੋਸਤ ਬਣ ਕੇ ਰਹੋ। ਠੀਕ ਹੈ। ਤੇ ਇਹ ਮੇਰਾ ਕੰਕਲੂਜਨ ਹੈ ਪਾਰਟ 2 ਵਾਸਤੇ। ਤੇ ਬਕਾਇਆ ਜਿਹੜਾ ਹਾਫ ਆਵਰ ਰਹਿ ਗਿਆ ਘੰਟੇ ਦਾ, ਹੁਣ ਪ੍ਰੋਫੈਸਰ ਰਵੀ ਦਾ। ਸ਼ੁਕਰੀਆ ਬਹੁਤ ਬਹੁਤ। ਹਾਂਜੀ ਬਹੁਤ ਥੈਂਕ ਯੂ, ਤੁਸੀਂ ਬਹੁਤ ਗੁੱਡ ਐਡਵਾਈਸ ਦਿੱਤੀ। ਹਾਂਜੀ ਪ੍ਰੋਫੈਸਰ ਰਵੀ, ਥੈਂਕਸ ਫॉर ਜੁਆਇਨਿੰਗ ਆਲਸੋ। ਹਾਂਜੀ ਕੀ ਹਾਲ ਚਾਲ ਹੈ ਜੀ? ਹਾਂਜੀ ਵਧੀਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਔਰ ਜਸਵੀਰ ਜੀ ਮੇਰੀ ਆਵਾਜ਼ ਆ ਰਹੀ ਠੀਕ? ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ ਮੈਂ ਦੱਸਦਾ ਪ੍ਰੋਫੈਸਰ ਰਵੀ ਮੋਗੇ ਕਾਲਜ ਦੇ ਵਿੱਚ ਪੜ੍ਹਾਉਂਦੇ ਆ, ਤੇ ਇਹਨਾਂ ਨਾਲ ਆਪਾਂ ਹੁਣ ਬਾਕੀ ਗੱਲਾਂ ਕਰਾਂਗੇ। ਕਮਿਊਨੀਕੇਸ਼ਨ ਦਾ ਸਬਜੈਕਟ ਉਹੀ ਹੈ ਕਿ ਅੱਜ ਕੱਲ੍ਹ ਪੇਰੈਂਟਸ ਤੇ ਬੱਚਿਆਂ ਦੀ ਕਮਿਊਨੀਕੇਸ਼ਨ ਕਿਵੇਂ ਇੰਪਰੂਵ ਕਰਨੀ ਆ, ਉਹ ਕੰਟੀਨਿਊ ਕਰਨਗੇ ਪ੍ਰੋਫੈਸਰ ਰਵੀ। ਪਾਰਟ 2 ਸੀ ਆਪਣਾ ਇਹ। ਹਾਂਜੀ ਸਰ, ਹਾਂਜੀ ਸਰ ਕਰੋ ਸ਼ੁਰੂ। ਮੈਂ ਅਕੋਰਡਿੰਗ ਆਪਣਾ ਬਰੀਫ ਕਰ ਦਾਂਗਾ ਬੱਚਿਆਂ ਦੀ ਸਾਈਕੋਲੋਜੀ ਔਰ ਪੇਰੈਂਟਸ ਦੀ ਸਾਈਕੋਲੋਜੀ। ਤਾਂ ਉਹਦੇ ਲਈ ਬਰੀਫ ਥੋੜਾ ਜਿਹਾ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਕਿ ਸਾਡਾ ਜਿਹੜਾ ਬ੍ਰੇਨ ਦਾ ਸੈਟਅਪ ਕਿਸ ਤਰ੍ਹਾਂ ਦਾ ਹੈ, ਤਾਂ ਕਿ ਉਹਦੇ ਅਕੋਰਡਿੰਗ ਅਸੀਂ ਬੱਚੇ ਦੀ ਪਰਵਰਿਸ਼ ਕਰ ਸਕੀਏ। ਦੇਖੋ ਬੱਚੇ ਜੋ ਅੱਜ ਸਾਡੇ ਕੋਲ ਆਡੀਅנס ਆ, ਇਹ 2 ਜਾਂ 3 ਕਿਸੇ ਦੇ ਟੀਨੇਜ ਗਰੁੱਪ ਦੇ ਵਿੱਚ ਹੋਣਗੇ। ਇਸ ਲਈ ਅੱਜ ਜਿਹੜਾ ਮੈਂ ਦੱਸਾਂਗਾ ਉਹ ਕਾਮਨ ਦੱਸਾਂਗਾ ਪੁਆਇੰਟਸ। ਜੋ ਵੀ ਪਹਿਲਾਂ ਗੱਲਾਂ ਕਰ ਚੁੱਕੇ ਹੈਗੇ ਆ ਕਿ ਸੋਸ਼ਲ ਐਂਗਲ ਤੋਂ ਕਿ ਬੱਚਿਆਂ ਦੀਆਂ ਸਾਈਕੋਲੋਜੀਕਲ ਕੀ ਕਮਿਊਨੀਕੇਸ਼ਨ ਗੈਪਸ ਨੇ। ਤਾਂ ਅਸੀਂ ਪਹਿਲਾਂ ਬ੍ਰੇਨ ਬਾਰੇ ਜੇ ਗੱਲ ਕਰਦੇ ਹਾਂ, ਜਿਹੜਾ ਹਿਊਮਨ ਬ੍ਰੇਨ ਹੈਗਾ, ਦੇਖੋ ਇਹ ਮਾਸਟਰਪੀਸ ਹੈਗਾ, ਗੋਡ ਗਿਫਟਡ, ਜਿਹੜਾ ਪ੍ਰਮਾਤਮਾ ਦੀ ਸਾਡੀ ਬਾਡੀ ਜਿਹੜੀ ਉਹਨੇ ਬਣਾਈ ਹੈਗੀ ਆ। ਔਰ ਇਹਦੀਆਂ ਪਾਵਰਸ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਅਜੇ ਤੱਕ ਪੂਰੀ ਤਰ੍ਹਾਂ ਜਾਣ ਨਹੀਂ ਸਕੇ, ਔਰ ਲੱਗਦਾ ਕਿ ਆਉਣ ਵਾਲੇ ਬਹੁਤ ਸਾਲਾਂ ਤੱਕ ਅਸੀਂ ਜਾਣ ਵੀ ਨਹੀਂ ਸਕਾਂਗੇ। ਤਾਂ
ਜਿਹੜਾ ਬ੍ਰੇਨ ਹੈਗਾ ਬਣਿਆ ਕਿਸ ਕੰਮ ਲਈ ਆ, ਤਾਂ ਇਹਦੇ ਕੀ ਬੇਸਿਕ ਰੂਲਸ ਨੇ, ਪ੍ਰਿੰਸੀਪਲਸ ਕੀ ਨੇ। ਇਹ ਮੈਂ ਇਸ ਐਂਗਲ ਤੋਂ ਦੱਸ ਰਿਹਾ ਹੈਗਾ ਕਿਉਂਕਿ ਸੋਸ਼ਲ ਪੁਆਇੰਟਸ ਤੁਸੀਂ ਡਿਸਕਸ ਕਰ ਲਏ ਨੇ। ਇਹ ਕਿਸ ਤਰ੍ਹਾਂ ਸਾਡੇ ਬੱਚਿਆਂ ਦੀ ਐਜੂਕੇਸ਼ਨ ਨੂੰ ਇਫੈਕਟ ਕਰਦਾ ਹੈਗਾ ਬ੍ਰੇਨ, ਕਿਸ ਤਰ੍ਹਾਂ ਤੁਸੀਂ ਬੱਚੇ ਨੂੰ ਜਿਹੜਾ ਹੈ ਸ਼ਾਰਪ ਮਾਈਂਡ ਬਣਾ ਸਕਦੇ ਹੋ, ਕਿਸ ਤਰ੍ਹਾਂ ਉਸ ਦੀ ਜਿਹੜੀ ਕਨਸੈਂਟਰੇਸ਼ਨ ਜਿਹੜੀ ਉਸ ਨੂੰ ਇਨਕਰੀਜ਼ ਕਰ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਜਿਹੜਾ ਫੈਮਿਲੀ ਐਨਵਾਇਰਨਮੈਂਟ ਹੈਗਾ ਉਹ ਬੜਾ ਹੈਪੀਲੀ ਬਹੁਤ ਖੁਸ਼ੀ ਵਾਲਾ ਬਣਾ ਸਕਦੇ ਹੋ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਾਡਾ ਹਿਊਮਨ ਬ੍ਰੇਨ ਹੈਗਾ ਇਹ ਮਲਟੀਟਾਸਕਿੰਗ ਲਈ ਨਹੀਂ ਬਣਿਆ। ਹਿਊਮਨ ਬ੍ਰੇਨ ਜਿਹੜਾ ਹੈਗਾ ਉਹ ਇੱਕ ਤੋਂ ਜ਼ਿਆਦਾ ਕੰਮ ਕਰਨ ਲਈ ਇੱਕੋ ਟਾਈਮ ਤੇ ਨਹੀਂ ਬਣਿਆ। ਇਹ ਸਾਡੇ ਲਈ ਬਹੁਤ ਜਾਣਨਾ ਜ਼ਰੂਰੀ ਹੈ। ਸਾਡੇ ਬੱਚੇ ਨੂੰ ਜਦੋਂ ਅਸੀਂ ਪਰਵਰਿਸ਼ ਕਰਦੇ ਹਾਂ ਤਾਂ ਬੱਚੇ ਦੀ ਪਰਵਰਿਸ਼ ਦੇ ਵਿੱਚ ਅਸੀਂ ਬਹੁਤ ਛੋਟੀਆਂ ਗਲਤੀਆਂ ਕਰਦੇ ਹਾਂ। ਅਕਸਰ ਕੀ ਕਰਦੇ ਹਾਂ ਕਿ ਬੱਚਾ ਖਾਣਾ ਖਾ ਰਿਹਾ ਹੁੰਦਾ ਤੇ ਅਸੀਂ ਉਹਨੂੰ ਟੀਵੀ ਲਗਾ ਦਿੰਦੇ ਹਾਂ, ਜਦੋਂ ਕਿ ਹਿਊਮਨ ਬ੍ਰੇਨ ਅਸੀਂ ਖੁਦ ਵੀ ਐਵੇਂ ਕਰਦੇ ਹਾਂ, ਪਰ ਅਸੀਂ ਤਾਂ ਹੁਣ ਹੈਬਿਚੁਅਲ ਹੋ ਚੁੱਕੇ ਹਾਂ। ਬੱਚਾ ਛੋਟਾ ਹੈਗਾ, ਉਹਦੀ ਪਰਵਰਿਸ਼ ਅਜੇ ਸਟਾਰਟ ਹੋ ਰਹੀ ਆ ਜਾਂ ਟੀਨੇਜ ਗਰੁੱਪ ਵਿੱਚ ਆ, ਕਦੇ ਵੀ ਹਿਊਮਨ ਬ੍ਰੇਨ ਨੂੰ ਇੱਕ ਤੋਂ ਜ਼ਿਆਦਾ ਕੰਮ ਸੇਮ ਟਾਈਮ ਤੇ ਕਰਨ ਲਈ ਨਹੀਂ ਦੇਣੇ ਚਾਹੀਦੇ, ਕਿਉਂਕਿ ਸਾਡਾ ਬ੍ਰੇਨ ਬਣਿਆ ਹੀ ਨਹੀਂ ਇਸ ਵਾਸਤੇ। ਜੇ ਖਾਣਾ ਖਾ ਰਿਹਾ ਤਾਂ ਬੱਚੇ ਦਾ ਧਿਆਨ ਖਾਣੇ ਵਿੱਚ ਹੀ ਹੋਣਾ ਚਾਹੀਦਾ ਹੈਗਾ। ਦੂਸਰੀ ਗੱਲ ਹੈ ਕਿ ਲਰਨਿੰਗ ਪ੍ਰੋਸੈਸ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਸਿੱਖਦੇ ਕਿਵੇਂ ਆ। ਸਿੱਖਣ ਦੇ ਬਹੁਤ ਗੱਲ ਕਰੀਏ ਸਕੂਲਿੰਗ ਦੀ ਤਾਂ ਬੱਚੇ ਦਾ ਬੁੱਕਸ ਨੂੰ, ਪਰ ਹਿਊਮਨ ਬ੍ਰੇਨ ਨੂੰ ਜੇ ਤੁਸੀਂ ਹੁਣ ਆ ਰਹੀ ਆਵਾਜ਼? ਹੈਲੋ ਹਾਂਜੀ ਹੈਲੋ ਆ ਗਈ ਹੈਲੋ ਆ ਗਈ ਹਾਂਜੀ ਆ ਰਹੀ ਆਵਾਜ਼? ਹਾਂਜੀ। ਅਸੀਂ ਜਦੋਂ ਜਿਹੜਾ ਅਸੀਂ ਸਿੱਖਦੇ ਹਾਂ, ਅਸੀਂ ਸਿੱਖਦੇ ਕਿਵੇਂ ਆ? ਬੱਚਾ ਜਦੋਂ ਸਿੱਖਦਾ ਹੈਗਾ ਉਹ ਸਕੂਲ ਵਿੱਚ ਜਾਂਦਾ ਚਾਹੇ ਯੂਨੀਵਰਸਿਟੀ 'ਚ ਜਾਂਦਾ, ਤਾਂ ਸਭ ਤੋਂ ਪਹਿਲਾ ਮੋਡ ਆਫ ਜਿਹੜਾ ਉਹਦਾ ਲਰਨਿੰਗ ਹੁੰਦਾ ਹੈਗਾ, ਮੋਡ ਆਫ ਲਰਨਿੰਗ ਉਹ ਹੁੰਦੀ ਆ ਰੀਡਿੰਗ, ਕਿ ਅਸੀਂ ਉਹਨੂੰ ਬੁੱਕਸ ਪੜ੍ਹਾਉਂਦੇ ਆ। ਪਰ ਹਿਊਮਨ ਜਿਹੜਾ ਬ੍ਰੇਨ ਆ, ਜਿਹੜੀ ਚੀਜ਼ ਨੂੰ ਉਹ ਰੀਡ ਕਰਦਾ ਉਹਦਾ ਸਿਰਫ 10% ਉਹਨੂੰ ਯਾਦ ਰਹਿੰਦਾ। ਇਹ ਗੱਲਾਂ ਮੈਂ ਕਿਉਂ ਦੱਸ ਰਿਹਾ, ਇਸ ਤੋਂ ਬਾਅਦ ਦੱਸਾਂਗਾ ਵੀ ਇਹ ਬੇਸਿਕ ਚੀਜ਼ਾਂ ਕਿਉਂ ਦੱਸ ਰਿਹਾ। 10% ਹੀ ਸਿਰਫ ਯਾਦ ਰਹਿੰਦਾ ਜਿਹੜਾ ਅਸੀਂ ਰੀਡ ਕਰਦੇ ਹੈਗੇ ਆ। ਔਰ ਜਿਹੜੀ ਚੀਜ਼ ਦੂਸਰਾ ਮੋਡ ਕੀ ਹੁੰਦਾ ਹੈਗਾ, ਉਸ ਤੋਂ ਬਾਅਦ ਅਸੀਂ ਸੁਣਦੇ ਆ ਕਿ ਬੱਚੇ ਨੂੰ ਅਸੀਂ ਲੈਕਚਰ ਦਿੰਦੇ ਆ, ਜਿਹੜਾ ਅਸੀਂ ਲੈਕਚਰ ਦਿੰਦੇ ਆ ਬੱਚੇ ਨੂੰ ਸਿਰਫ 20% ਯਾਦ ਰਹਿੰਦਾ, ਕਿ ਜੋ ਪੜ੍ਹਦੇ ਸੀਗੇ ਉਹ 10% ਯਾਦ ਰਹਿੰਦਾ, ਜੋ ਬੱਚਾ ਸੁਣਦਾ ਹੈਗਾ। ਬੱਚਾ ਕੀ, ਚਾਹੇ ਕੋਈ ਵੀ ਹਿਊਮਨ, ਚਾਹੇ ਮੈਂ ਵੀ ਹੋਵਾਂ, ਇਹ ਇਕੱਲੇ ਬੱਚੇ ਤੇ ਐਪਲੀਕੇਬਲ ਨਹੀਂ ਹੈ, ਪਰ ਬੱਚੇ ਦੇ ਉੱਤੇ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਦੀ ਏਜ ਹੈਗੀ ਸਾਰਿਆਂ ਦੀ। ਤੀਸਰੀ ਗੱਲ ਹੁੰਦੀ ਹੈਗੀ ਆ ਕਿ ਪਹਿਲਾਂ ਅਸੀਂ ਪੜ੍ਹ ਰਹੇ ਹਾਂ ਫਿਰ ਸੁਣ ਰਹੇ ਹੈਗੇ ਆ। ਤੀਸਰਾ ਹੁੰਦਾ ਕਿ ਅਸੀਂ ਦੇਖਦੇ ਹਾਂ, ਅਸੀਂ ਜੋ ਦੇਖਦੇ ਹਾਂ ਉਸ ਦੇ ਵਿੱਚੋਂ ਸਾਨੂੰ 30% ਯਾਦ ਰਹਿੰਦਾ। ਔਰ ਜੇਕਰ ਅਸੀਂ ਕੋਈ ਚੀਜ਼ 50% ਯਾਦ ਰਹਿੰਦਾ। ਪਰ ਜੇਕਰ ਤੁਸੀਂ ਆਪਣੇ ਬਚਪਨ 'ਚ ਦੇਖੋ, ਇੰਡੀਆ ਦੇ ਵਿੱਚ ਜਿਨ੍ਹਾਂ ਦੀ ਪਰਵਰਿਸ਼ ਹੋਈ ਆ, ਸਾਡੇ ਪੇਰੈਂਟਸ ਜਾਂ ਸਾਡੇ ਟੀਚਰ ਸਾਨੂੰ ਕਹਿੰਦੇ ਹੁੰਦੇ ਸੀ ਲਿਖੋ, ਨੋਟਸ ਬਣਾਓ। ਉਹ ਕਹਿੰਦੇ ਹੁੰਦੇ ਸੀ ਹੋਮਵਰਕ ਕਰਕੇ ਲਿਆਓ। ਕੋਈ ਕਾਰਨ ਸੀ ਜਿਹਦੇ ਕਰਕੇ ਸਾਡੇ ਤੋਂ ਲਿਖਾਇਆ ਜਾਂਦਾ ਸੀ। ਅਦਰਵਾਈਜ਼ ਜਿਹੜੀ ਚੀਜ਼ ਅਸੀਂ ਬੱਚੇ ਨੂੰ ਦੱਸ ਦਿੱਤੀ, ਜ਼ਰੂਰੀ ਨਹੀਂ ਹੈ ਕਿ ਉਹਨੂੰ ਉਹਦੇ ਕਾਪੀ ਦੇ ਉੱਤੇ ਉਹੀ ਸੇਮ ਚੀਜ਼ ਘਰੋਂ ਕਿਹਾ ਜਾਵੇ ਕਿ ਉਹਨੂੰ ਦੇਖ ਕੇ ਲਿਖ ਕੇ ਲਿਆ, ਕਿਉਂਕਿ ਬੱਚਾ ਬੁੱਕਸ ਤੋਂ ਹੀ ਦੇਖ ਕੇ ਲਿਖ ਕੇ ਲੈ ਕੇ ਆਉਂਦਾ ਹੁੰਦਾ ਸੀ, ਹੋਮਵਰਕ ਕਰਦਾ ਸੀ ਜਿਹੜਾ, ਪਰ ਉਹ ਲਿਖਾਇਆ ਕਿਉਂ ਜਾਂਦਾ ਸੀ? ਉਸ ਦੇ ਵਿੱਚ ਇੱਕ ਬੜਾ ਤਕੜਾ ਲੌਜਿਕ ਹੈ ਕਿ ਜਿਹੜੀ ਚੀਜ਼ ਬੱਚਾ ਆਪਣੇ ਮੂੰਹੋਂ ਕਹਿੰਦਾ ਔਰ ਲਿਖਦਾ, ਉਸ ਦਾ ਉਸ ਬੱਚੇ ਨੂੰ ਜਾਂ ਹਿਊਮਨ ਨੂੰ 70% ਯਾਦ ਰਹਿੰਦਾ। ਔਰ ਜਿਹੜਾ ਕੰਮ ਉਹ ਹੱਥੀਂ ਕਰਦਾ ਉਸ ਦਾ ਉਸ ਨੂੰ 90% ਯਾਦ ਰਹਿੰਦਾ। ਹੱਥੀਂ ਕੰਮ ਕਰਨ ਦਾ ਮਤਲਬ ਕੀ ਆ ਕਿ ਮੰਨ ਲਓ ਮੈਂ ਟੀਚਰ ਆ, ਜਿਹੜੀ ਚੀਜ਼ ਮੈਂ ਲਿਖ ਰਿਹਾ ਵਾਂ ਤੇ ਬੋਲ ਰਿਹਾ ਉਹ ਮੈਨੂੰ 70% ਯਾਦ ਰਹੇਗੀ, ਪਰ ਜਦੋਂ ਮੈਂ ਉਹੀ ਚੀਜ਼ ਕਿਸੇ ਨੂੰ ਸਿਖਾ ਰਿਹਾ, ਜਦੋਂ ਮੈਂ ਪੜ੍ਹਾ ਰਿਹਾ, ਤਾਂ ਮੈਨੂੰ 90% ਯਾਦ ਰਹੇਗੀ। ਹੁਣ ਇਸ ਦਾ ਬੱਚੇ ਦੀ ਸਾਈਕੋਲੋਜੀ ਦੇ ਨਾਲ ਕੀ ਸੰਬੰਧ ਆ? ਅੱਜ ਕੱਲ੍ਹ ਕੀ ਹੈਗਾ ਕਿ ਲਰਨਿੰਗ ਪ੍ਰੋਸੈਸ ਜਿਹੜੀ ਆ ਅਸੀਂ ਉਹ ਤੋਂ ਦੂਰ ਹੋ ਗਏ ਆ। ਅੱਜ ਕੱਲ੍ਹ ਬੱਚਾ ਸਿਰਫ ਪੜ੍ਹ ਰਿਹਾ ਹੈਗਾ ਤੇ ਸੁਣ ਰਿਹਾ ਤੇ ਵਾਚ ਕਰ ਰਿਹਾ। ਪਲਾਜ਼ਮਾ ਜਾਂ ਅਸੀਂ ਕਹਿ ਦਿੰਦੇ ਹਾਂ ਸਕੂਲ ਵਿੱਚ LED ਲੱਗੇ ਹੋਏ ਨੇ, ਬੱਚੇ ਨੂੰ ਦਿਖਾਇਆ ਜਾ ਰਿਹਾ। ਜਿਹੜੀ ਚੀਜ਼ ਬੱਚੇ ਨੂੰ ਦਿਖਾਈ ਜਾ ਰਹੀ ਹੈ ਉਹ 30% ਯਾਦ ਰਹਿੰਦੀ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਟੈਂਡੈਂਸੀ ਜਿਹੜੀ ਉਹ ਇਨਕਰੀਜ਼ ਹੋ ਜਾਂਦੀ ਹੈਗੀ ਹੈ ਬੱਚੇ ਦੇ ਪੜ੍ਹਨ ਨਾਲੋਂ ਜ਼ਿਆਦਾ। ਪਰ ਬੱਚੇ ਨੂੰ ਅਸੀਂ ਹੈਬਿਟਸ ਜਿਹੜੀਆਂ ਨੇ ਲਿਖਣ ਦੀਆਂ ਜਿਹੜੀਆਂ ਉਹ ਘਟ ਰਹੀਆਂ ਨੇ। ਤੁਹਾਡੇ ਉੱਧਰ ਮੈਨੂੰ ਨਹੀਂ ਪਤਾ, ਪੰਜਾਬ ਦੇ ਵਿੱਚ ਬਹੁਤ ਘਟ ਰਹੀ ਹੈਗੀ ਆ ਕਿ ਬੱਚਾ ਨੋਟਸ ਨਹੀਂ ਬਣਾ ਰਿਹਾ, ਕਿਉਂਕਿ ਅਸੀਂ ਮਾਡਰਨ ਸਮਝਦੇ ਆਪਣੇ ਆਪ ਨੂੰ। ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਟੈਕਨੋਲੋਜੀ ਆ ਗਈ, ਪਰ ਜਿੰਨੇ ਮਰਜ਼ੀ ਮਾਡਰਨ ਬਣ ਜਾਓ, ਜਿਹੜਾ ਤੁਹਾਡਾ ਬ੍ਰੇਨ ਆ, ਹਿਊਮਨ ਬ੍ਰੇਨ, ਉਹਨੇ ਉਹੀ ਰਹਿਣਾ ਜਿਹੜਾ 1000 ਸਾਲ ਪਹਿਲਾਂ ਸੀ। ਹੁਣ ਫੋਰ ਐਗਜ਼ਾਮਪਲ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਕਿ ਜਿਹੜਾ ਸਾਡਾ ਹਿਊਮਨ ਬ੍ਰੇਨ ਉਹ ਇੱਕ ਮਸਲ ਆ। ਮਸਲ ਜਿਹੜੇ ਹੁੰਦੇ ਨੇ, ਜਦੋਂ ਤੁਸੀਂ ਮੰਨ ਲਓ ਸਾਡੀ ਬਾਡੀ ਦੇ ਮਸਲਸ ਨੇ, ਅਸੀਂ ਜੇ ਐਕਸਰਸਾਈਜ਼ ਕਰਦੇ ਹਾਂ ਮਸਲ ਬਣਨਗੇ, ਜੇ ਐਕਸਰਸਾਈਜ਼ ਕਰਨੀ ਛੱਡ ਦਾਂਗੇ ਤਾਂ ਮਸਲ ਜਿਹੜੇ ਨਹੀਂ ਬਣਨਗੇ। ਠੀਕ ਹੈ, ਇਸੇ ਤਰ੍ਹਾਂ ਜੇ ਤੁਸੀਂ ਬ੍ਰੇਨ ਨੂੰ ਯੂਜ਼ ਕਰੋਗੇ ਤਾਂ ਤੁਹਾਡਾ ਬ੍ਰੇਨ ਦੇ ਜਿਹੜੇ ਮਸਲਸ ਨੇ ਉਹ ਸਟਰੋਂਗ ਹੋਣਗੇ। ਇੱਕ ਹਿਊਮਨ ਬ੍ਰੇਨ ਜਿਹੜਾ ਬਣਿਆ ਉਹ ਇੱਕ ਦਿਨ ਦੇ ਵਿੱਚ 19 ਕਿਲੋਮੀਟਰ ਤੁਰਨ ਲਈ ਬਣਿਆ। ਜੇ ਤੁਸੀਂ ਉਹਨੂੰ ਹੈਲਦੀ ਰੱਖਣਾ ਤਾਂ 19 ਕਿਲੋਮੀਟਰ ਇੱਕ ਦਿਨ ਐਵਰੇਜ ਇੱਕ ਇਨਸਾਨ ਨੂੰ ਤੁਰਨਾ ਜ਼ਰੂਰੀ ਆ। ਹੁਣ 19 ਕਿਲੋਮੀਟਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਰੋਂ
ਤੁਰ ਤੇ ਵਾਕ ਕਰੋ 19 ਕਿਲੋਮੀਟਰ ਪੂਰੇ ਹੋ ਗਏ ਘਰ ਆ ਜਾਓ। ਨਹੀਂ, ਅਸੀਂ ਸਾਰਾ ਦਿਨ ਸਟੇਅਰਸ ਚੜ੍ਹਦੇ ਆ, ਘੁੰਮਦੇ ਆ, ਵਾਸ਼ਰੂਮ ਜਾਂਦੇ ਆ, ਸਾਰਾ ਕੁਝ 19 ਕਿਲੋਮੀਟਰ ਦੇ ਵਿੱਚ ਆ ਜਾਂਦਾ। ਅੱਜ ਕੱਲ ਇਹ ਵੀ ਇੱਕ ਬੜੀ ਵੱਡੀ ਪ੍ਰੋਬਲਮ ਆ ਕਿ ਬੱਚੇ ਜਿਹੜੇ ਨੇ ਉਹਨਾਂ ਦੀ ਐਕਸਰਸਾਈਜ਼ ਨਹੀਂ ਹੈ। ਬੱਚੇ ਟੀਵੀ ਦੇਖ ਰਹੇ ਨੇ, ਜੰਕ ਫੂਡ ਖਾ ਰਹੇ ਨੇ। ਜੇਕਰ ਤੁਸੀਂ ਹਿਊਮਨ ਬ੍ਰੇਨ ਨੂੰ ਹੈਲਦੀ ਰੱਖਣਾ ਤਾਂ 19 ਕਿਲੋਮੀਟਰ ਦੀ ਐਵਰੇਜ ਤੁਹਾਡੀ ਹੋਣੀ ਚਾਹੀਦੀ ਆ। ਜਿਵੇਂ ਜਿਵੇਂ ਤੁਹਾਡੀ ਇਹ ਐਵਰੇਜ ਘਟਦੀ ਆ ਤਾਂ ਹਿਊਮਨ ਬ੍ਰੇਨ ਜਿਹੜਾ ਹੈ ਫਿਰ ਡੈਮੈਂਸ਼ੀਆ ਜਾਂ ਹੋਰ ਪ੍ਰੋਬਲਮ ਸਟਾਰਟ ਹੋ ਜਾਂਦੀਆਂ ਨੇ। ਇਹ ਇੱਕ ਬੜਾ ਫੈਕਟ ਆ, ਤੁਸੀਂ ਚੈੱਕ ਕਰ ਸਕਦੇ ਹੋ। ਕਿਸੇ ਜਗ੍ਹਾ ਤੇ ਤੁਹਾਨੂੰ 20 ਕਿਲੋਮੀਟਰ ਲਿਖਿਆ ਹੋਏਗਾ, ਵੈਸੇ 19 ਜਾਂ 20 ਕਿਲੋਮੀਟਰ ਦੀ ਐਵਰੇਜ ਸਾਡੀ ਹੋਣੀ ਜ਼ਰੂਰੀ ਆ। ਉਸ ਤੋਂ ਬਿਨਾਂ ਹਿਊਮਨ ਬ੍ਰੇਨ ਜਿਹੜਾ ਹੈ ਇੰਨਾ ਕੁ ਪਾਵਰਫੁਲ ਆ, ਇਹਦੀ ਜੇ ਤੁਸੀਂ ਸਟੋਰੇਜ ਦੀ ਗੱਲ ਕਰੋ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ 25 ਲੱਖ GB ਸਟੋਰੇਜ ਆ ਸਾਡੇ ਹਿਊਮਨ ਬ੍ਰੇਨ ਦੀ। 25 ਲੱਖ GB। ਔਰ ਜੇ ਇਸ ਜਿਹੜੀ ਸਟੋਰੇਜ ਨੂੰ ਅਸੀਂ ਯੂਜ਼ ਕਰਦੇ ਆ 350 ਸਾਲ ਤੱਕ ਇਹ ਸਟੋਰੇਜ ਮੁੱਕਦੀ ਨਹੀਂ ਐਵਰੇਜ। ਔਰ ਸਪੋਜ਼ ਕਰੋ ਕਿ ਇਨਸਾਨ 350 ਸਾਲ ਜਿਉਂਦਾ ਰਹਿੰਦਾ ਤਾਂ ਕੀ ਉਹਦੀ ਸਟੋਰੇਜ ਮੁੱਕ ਜਾਏਗੀ? ਨਾ, ਨਵੇਂ ਨਿਊਰੋਨਸ ਬਣਦੇ ਰਹਿਣਗੇ, ਉਹ ਸਟੋਰੇਜ ਹੋਰ ਡਿਵੈਲਪ ਕਰਦਾ ਜਾਏਗਾ ਤੇ ਉਹ ਆਪਣੀ ਸਟੋਰੇਜ ਨੂੰ ਹੋਰ ਐਕਸਟੈਂਡ ਕਰਦਾ ਜਾਏਗਾ। ਹਿਊਮਨ ਬ੍ਰੇਨ ਇੰਨਾ ਕੁ ਪਾਵਰਫੁਲ ਆ। ਠੀਕ ਹੈ, ਇਹ ਚੀਜ਼ਾਂ ਮੈਂ ਦੱਸ ਰਿਹਾ ਹੈਗਾ ਕਿ ਇੰਨੀ ਕੁ ਪਾਵਰ ਸਾਡੇ ਵਿੱਚ ਹੈਗੀ ਆ, ਇੰਨੀ ਸਟੋਰੇਜ ਹੈਗੀ ਆ। ਪਰ ਕਾਰਨ ਕੀ ਆ? ਅਸੀਂ ਮਾਰ ਕਿੱਥੇ ਖਾਂਦੇ ਆ? ਮਾਰ ਖਾਂਦੇ ਆ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ। ਕਿ ਅਸੀਂ ਸਬਕੌਨਸ਼ੀਅਸ ਮਾਈਂਡ ਦੀਆਂ ਜਿਹੜੀਆਂ ਪਾਵਰਸ ਨੇ, ਜਿਹੜੀ ਸਟੋਰੇਜ ਆ, ਜਿਸ ਤਰ੍ਹਾਂ ਕੰਪਿਊਟਰ ਦੇ ਵਿੱਚ ਇੱਕ ਰੈਮ ਹੁੰਦੀ ਹੈ, ਇੱਕ ਰੋਮ ਹੁੰਦੀ ਆ, ਕਿ ਰੈਂਡਮ ਐਕਸੈਸ ਮੈਮਰੀ ਹੁੰਦੀ ਆ। ਜਿਵੇਂ ਰੈਮ ਕਹਿ ਦਿੰਦੇ 6 GB ਆ ਜੀ, 4 GB ਆ। ਪਰ ਜਿਹੜੀ ਉਹਦੀ ਹਾਰਡ ਡਿਸਕ ਜਿਹੜੀ ਸਟੋਰੇਜ ਹੁੰਦੀ ਆ ਉਹ ਤੁਹਾਡੀ ਕਈ ਵਾਰੀ 1 TB ਹੁੰਦੀ ਆ, 2 TB ਹੁੰਦੀ ਆ। ਉਹਦੇ ਚ ਬਹੁਤ ਕੁਛ ਆ। ਜੇ 25 ਲੱਖ GB ਮੈਂ ਤੁਹਾਨੂੰ ਕਹਿ ਰਿਹਾ, 25 ਲੱਖ GB ਦਾ ਅਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਉਹਨੂੰ ਕਦੇ ਜ਼ਿੰਦਗੀ ਦੇ ਵਿੱਚ ਖਤਮ ਕਰ ਲਾਂਗੇ। ਔਰ ਇੱਕ ਦਿਨ ਦੇ ਵਿੱਚ ਐਵਰੇਜ ਇੱਕ ਬੰਦੇ ਨੂੰ ਜਿਹੜੀ ਥਾਟ ਪ੍ਰੋਸੈਸ ਦੇਖੋ ਸਾਡੀ ਚੱਲਦੀ ਆ। ਮੈਂ ਹੁਣ ਇੱਥੇ ਬੈਠਾ ਹੈਗਾ, ਥਾਟ ਪ੍ਰੋਸੈਸ ਦੇ ਵਿੱਚ ਮੈਂ ਕੈਨੇਡਾ ਘੁੰਮ ਰਿਹਾ, ਥਾਟ ਪ੍ਰੋਸੈਸ ਦੇ ਵਿੱਚ ਮੈਂ ਆਪਣੇ ਕਾਲਜ ਦੇ ਵਿੱਚ ਘੁੰਮ ਰਿਹਾ, ਥਾਟ ਪ੍ਰੋਸੈਸ ਦੇ ਵਿੱਚ ਮੈਂ ਆਪਣੇ ਬ੍ਰਦਰ ਸਿਸਟਰ ਨੂੰ ਮਿਲ ਰਿਹਾ। ਥਾਟ ਪ੍ਰੋਸੈਸ ਜਿਹੜੀ ਕਦੇ ਵੀ ਨਹੀਂ ਰੁਕਦੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਨ ਜੀਤੇ ਜਗ ਜੀਤ, ਇਸੇ ਤਰ੍ਹਾਂ ਜਦੋਂ ਯੁਧਿਸ਼ਟਰ ਨੂੰ ਸਵਾਲ ਪੁੱਛੇ ਗਏ ਸੀ ਵੀ ਦੁਨੀਆ ਦੇ ਵਿੱਚ ਸਭ ਤੋਂ ਫਾਸਟ ਚੀਜ਼ ਕਿਹੜੀ ਆ, ਉਹ ਕਹਿੰਦਾ ਮਨ। ਐਵਰੇਜ ਹਾਂਜੀ ਜਿਮ ਭਾਜੀ ਕੁਝ ਕਹਿਣਾ ਚਾਹ ਰਹੇ ਆ। ਇਹ ਕਹਿ ਰਹੇ ਹੈਗੇ ਸੀਗੇ ਨਾ ਕਿ ਜਦੋਂ ਅਸੀਂ ਬੱਚੇ ਨੂੰ ਜੰਕ ਫੂਡ ਦਿੰਦੇ ਆ, ਉਹ I'm going to twist it a little bit, ਇਹ ਕਹਿੰਦੇ ਨੇ ਕਿ ਜੰਕ ਫੂਡ ਜਦੋਂ ਅਸੀਂ ਦਿੰਦੇ ਹੈਗੇ ਨਾ, ਉਹ ਐਕਸਾਈਟਮੈਂਟ ਉਸ ਬੱਚੇ ਦੇ ਵਿੱਚ ਕ੍ਰੀਏਟ ਕਰਦੀ ਹੈਗੀ ਹੈ ਨਾ, ਮਤਲਬ ਕਿ ਹੀ ਫੀਲਸ ਗੁੱਡ ਅਬਾਊਟ ਇਟ। ਜਿੱਦਾਂ ਅਸੀਂ ਇਕੱਲੇ ਹੀ ਗੱਲ ਕਰ ਰਹੇ ਹੈਗੇ ਸੀਗੇ, ਜਿੱਦਾਂ ਸਲਮਾਨ ਦੇ ਨਾਲ ਮੈਂ ਕਰ ਰਿਹਾ ਸੀਗਾ ਨਾ, ਤੇ ਲੁੱਕ ਵੇਅਰ ਹੀ ਇਜ਼ ਗੈਟਿੰਗ ਹਿਜ਼ ਐਕਸਾਈਟਮੈਂਟ ਫਰੋਮ, ਕਿ ਹਾਂ ਹੀ ਇਜ਼ ਕਿ ਅਸੀਂ ਕੱਲ ਨੂੰ ਇਹ ਸ਼ੋਅ ਕਰਨ ਜਾ ਰਹੇ ਹੈਗੇ ਆ, ਰਾਈਟ। ਤੇ ਹੀ ਵਾਸ ਸੋ ਐਕਸਾਈਟਡ ਕਿ ਉੱਥੇ ਰਵੀ ਭਾਜੀ ਆ ਰਹੇ ਹੈਗੇ ਨੇ। ਉਹ ਸਾਰਾ ਕੁਝ ਉਹ ਦੇਖੋ ਕਿ ਹੀ ਵਾਸ ਐਕਸਾਈਟਡ ਕਿ ਮੈਂ ਉਹਨਾਂ ਦੀਆਂ ਚੰਗੀਆਂ ਗੱਲਾਂ ਸੁਣੀ ਜਾਂਦਾ ਹੈਗਾ। ਤੇ ਉਹ ਮੇਕ ਦ ਲੌਂਗ ਸਟੋਰੀ ਸ਼ੋਰਟ, ਤੁਸੀਂ ਬੱਚੇ ਨੂੰ ਉਸ ਚੀਜ਼ ਜੰਕ ਫੂਡ ਜਾਂ ਉਸ ਤਰ੍ਹਾਂ ਦੀਆਂ ਨੈਗੇਟਿਵ ਜਿਹੀਆਂ ਤੁਹਾਡੇ ਜੀਵ ਨੂੰ ਟੇਸਟ ਆਉਣਗੀਆਂ, ਪਰ ਫॉर ਯੂਰ ਬਾਡੀ ਇਜ਼ ਬੈਡ। ਉਹ ਇਸ ਤਰ੍ਹਾਂ ਦੀਆਂ ਨਾ ਮਤਲਬ ਕਿ ਐਕਸਾਈਟਮੈਂਟ ਵਾਲੀਆਂ ਗੱਲਾਂ ਉਹ ਕ੍ਰੀਏਟ ਕਰਨ ਜਿਨ੍ਹਾਂ ਦੇ ਨਾਲ ਕੁਝ ਫਾਇਦਾ ਵੀ ਹੋਵੇ। ਐਕਸਾਈਟਮੈਂਟ ਇਜ਼ ਐਕਸਾਈਟਮੈਂਟ, ਕਿਸੇ ਚੀਜ਼ ਦੀ ਵੀ ਹੋ ਸਕਦੀ ਹੈਗੀ ਆ। ਵਾਂਸ ਅਗੇਨ, ਜਿਸ ਤਰ੍ਹਾਂ ਮੈਂ ਤੇ ਸਲਮਾਨ ਨੇ ਕੱਲ ਗੱਲ ਕੀਤੀ, ਐਂਡ ਹੀ ਵਾਸ ਸੋ ਐਕਸਾਈਟਡ, ਕਿਉਂਕਿ ਉਹ ਜਦੋਂ ਰਵੀ ਭਾਜੀ ਉਹਨਾਂ ਬਾਰੇ he knows how much knowledge he has, ਤੇ he is ਇਹਨਾਂ ਨੂੰ ਵੀ ਹੈਗੀ ਆ, even though Salman has, but he wants to hear more, ਉਹ ਚੀਜ਼ ਨੂੰ ਆਵਾਜ਼ ਸਰ ਬੰਦ ਹੋ ਗਈ। ਉਹਦੇ ਤੱਕ ਆਪਾਂ ਨਾ ਡਾਕਟਰ ਬੱਚੇ ਦੇ ਨਾਲ ਕਿ ਬੱਚੇ ਹਾਂਜੀ ਆਵਾਜ਼ ਇਧਰੋਂ ਬੰਦ ਆ ਕਿ ਡਾਕਟਰ ਸੇਠੀ ਕੀ ਹਾਲ ਚਾਲ ਹੈ? ਤੁਸੀਂ ਵੀ ਆਪਣਾ ਆ ਜਾਓ ਵਿੱਚ ਬੜਾ ਜਿਹਾ। ਪ੍ਰਣਾਮ। ਹਾਂਜੀ ਸਤਿ ਸ੍ਰੀ ਅਕਾਲ। ਮੇਰਾ ਤਾਂ ਇੱਕ ਹੀ ਸੁਜੈਸ਼ਨ ਹੈ ਵੀ ਅਸੀਂ ਅਧਿਆਤਮਕ ਤੋਂ ਨਾ ਬਹੁਤ ਦੂਰ ਹੋ ਚੁੱਕੇ ਹਾਂ। ਅੱਛਾ ਜੀ, ਸਭੀ ਕੋ ਸਤਿ ਸ੍ਰੀ ਅਕਾਲ। तो ਅਸੀਂ ਮੇਨ ਬੱਚਿਆਂ ਨੂੰ ਨਾ ਥੋੜਾ ਜਿਹਾ ਅਧਿਆਤਮਕ ਦੀ ਵੀ ਨੌਲੇਜ, ਅਸੀਂ ਆਪਣੀ ਪ੍ਰਾਚੀਨ ਸੰਸਕ੍ਰਿਤੀ ਨੂੰ ਭੁੱਲ ਗਏ ਹਾਂ। ਅਸੀਂ ਮਾਡਰਨ ਹੋ ਜਾਂਦੇ ਜਾ ਰਹੇ ਹਾਂ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਬੱਚੇ ਨੂੰ ਮਦਰਸੇ 'ਚ ਭੇਜ ਦਿੰਦੇ ਸੀ ਤੇ ਉੱਥੇ ਸਾਰਾ ਗੁਰੂਕੁਲ ਦੇ ਵਿੱਚ ਹੀ ਉਹਦੀ ਪੂਰੀ ਪਰਵਰਿਸ਼ ਹੁੰਦੀ ਸੀ, ਬੱਚਾ ਹੋ ਕੇ ਆਉਂਦਾ। ਹੁਣ ਸਾਨੂੰ ਘਰ ਵਿੱਚ ਹੀ ਗੁਰੂਕੁਲ ਬਣਾਉਣਾ ਪੈਣਾ ਹੈਗਾ। ਘਰ ਦੇ ਵਿੱਚ ਹੀ ਆਪਣੀ ਉਹ ਸੰਸਕ੍ਰਿਤੀ ਜਿਹੜੀ ਪੁਰਾਣੀ ਅਸੀਂ ਭੁੱਲ ਚੁੱਕੇ ਹਾਂ ਨਾ, ਉਹਨੂੰ ਦੁਬਾਰਾ ਸਾਨੂੰ ਆਪਣੇ ਘਰ ਦੇ ਵਿੱਚ ਹੀ ਬੱਚਿਆਂ ਨੂੰ ਸੁਬਾਹ
ਛੋਟਾ ਜਿਹਾ ਘਰ ਦੇ ਵਿੱਚ ਇੱਕ ਮੰਦਿਰ ਜਾਂ ਗੁਰਦੁਆਰਾ ਕੋਈ ਵੀ ਚੀਜ਼ ਅਸੀਂ ਰੱਖ ਕੇ ਉਹ ਬੱਚਾ, ਕਿਉਂਕਿ ਪੇਰੈਂਟਸ ਨਾਲ ਡਰ ਇੰਨਾ ਨਹੀਂ ਹੁੰਦਾ ਜਿੰਨਾ ਉਹ ਗੁਰੂ ਮਹਾਰਾਜ ਕਹਿੰਦੇ ਜੀ, ਗੁਰੂ ਮਹਾਰਾਜ ਦੇਖ ਰਹੇ ਨੇ, ਉਹ ਡਰ ਉਹਦੇ ਅੰਦਰ ਬੈਠ ਜਾਣਾ ਵੀ ਇਹ ਕੰਮ ਨਹੀਂ ਕਰਨਾ ਮੈਂ। ਤੇ ਇਹ ਵੀ ਬਹੁਤ ਜ਼ਰੂਰੀ ਹੈ, ਇਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਇਹ ਅਸੀਂ ਕਰਦੇ ਹੀ ਨਹੀਂ ਪੇਰੈਂਟਸ। ਤੇ ਉਹ ਬੱਚਾ ਆਪਦਾ, ਸਾਨੂੰ ਅਲਕਲਾਈਨ ਖਾਣਾ ਚਾਹੀਦਾ, 20% ਸਾਨੂੰ ਐਸਿਡ ਖਾਣਾ ਬੋਡੀ ਦੀ ਸਾਡੀ ਜਿਹੜੀ ਟੈਂਡੈਂਸੀ ਆ ਉਹ ਅਲਕਲਾਈਨ ਹੈ। ਓਕੇ। ਤੇ ਇਹ ਅਲਕਲਾਈਨ ਨੂੰ ਪਸੰਦ ਕਰਦਾ, ਜਿੱਦ ਅੱਜ ਦੇ ਦਿਨ ਮੈਕਸਿਮਮ ਅਸੀਂ ਐਸਿਡ ਖਾਣਾ ਖਾ ਰਹੇ ਹਾਂ, ਉਹ ਸਾਰਾ ਐਸਿਡਿਕ ਹੋ ਗਿਆ, ਕਿੰਨੇ ਉਹਦੇ ਚ ਕੈਮੀਕਲ ਰਿਐਕਸ਼ਨ ਉਹਦਾ ਚੇਂਜ ਹੋ ਜਾਂਦਾ, ਜੋ ਨਲਾਈਨ ਹੈ। ਹੁਣ ਤੁਸੀਂ ਦੇਖ ਲਓ ਵੀ ਆਪਾਂ ਸਾਰਾ ਮਾਰਕੀਟ ਤੋਂ ਜੋ ਵੀ ਚੀਜ਼ ਅੱਗ ਤੇ ਰੱਖੀ ਹੋਈ ਖਾ ਰਹੇ ਹਾਂ, ਕੱਚੀ ਖਾਣ ਇਫੈਕਟ ਪੈਂਦਾ ਹੈਗਾ ਬਹੁਤ ਜ਼ਿਆਦਾ, ਕਿਉਂਕਿ ਬੋਡੀ ਸਾਡੀ ਐਸਿਡਿਕ ਹੋ ਜਾਂਦੀ ਹੈ। ਸਾਡੇ ਫਿਰ ਤਾਮਸਿਕ ਵਿਚਾਰ ਸਾਡੇ ਤਾਮਸਿਕ ਹੋਣਗੇ, ਅਲਕਲਾਈਨ ਖਾਵਾਂਗੇ ਤਾਂ ਸਾਤਵਿਕ ਵਿਚਾਰ ਰਹਿਣਗੇ। ਇੱਕ ਤੋਂ ਇਹ ਥਾਟਸ ਦੇ ਨਾਲ ਬਹੁਤ ਜ਼ਿਆਦਾ ਕਨੈਕਟਡ ਹੈ। ਅਲਕਲੀਨ ਖਾਣਾ ਕਿਹੜਾ ਸਰ, ਉਹ ਦੱਸੋਗੇ? ਅਲਕਲੀਨ ਕਿਹੜਾ ਆ ਗਿਆ ਖਾਣਾ, ਜਿਹੜਾ ਅਲਕਲੀਨ ਖਾਣਾ ਕਿਹੜਾ ਹੁੰਦਾ, ਉਹ ਮਾੜਾ ਸਮਝਾ ਦਿਓ। ਹਾਂਜੀ, ਵਾਟਸ ਅਲਕਲੀਨ, ਜਿਹੜਾ ਕਿਹੜਾ ਫੂਡ ਨੂੰ ਕਹਿ ਰਹੇ ਹੋ ਤੁਸੀਂ? ਅਲਕਲੀਨ ਚੀਜ਼ਾਂ ਪੈਦਾ ਹੁੰਦੀਆਂ ਜਿਵੇਂ ਫਰੂਟ ਹੋ ਗਿਆ। ਓਕੇ, ਜਿਹੜੇ ਨੈਚੁਰਲੀ ਪੈਦਾ ਹੋ ਰਹੇ ਸੀ ਉਹ ਅਲਕਲੀਨ ਸਾਰੇ ਹੈ। ਫੂਡ ਅਲਕਲਾਈਨ ਹੈ ਨਾ, ਜਿਹੜੇ ਕੱਚੇ ਖਾਂਦੇ ਆ ਅਸੀਂ। ਓਕੇ, ਉਹ ਜ਼ਿਆਦਾ ਚਾਹੀਦੇ, ਠੀਕ ਹੈ। ਨੈਚੁਰਲ, ਹਾਂ, ਸਪਰਾਊਟ ਬਣਾ ਕੇ ਖਾ ਲਓ ਤੁਸੀਂ। ਓਕੇ, ਠੀਕ ਹੈ ਨਾ ਜੀ। ਆਵਾਜ਼ ਸਹੀ ਨਹੀਂ ਆ ਰਹੀ, ਜਿਵੇਂ ਕੱਲ ਸਾਰਾ ਉਹ ਆਰਟੀਫੀਸ਼ੀਅਲ ਜਿਹਾ ਫੂਡ ਚੱਲ ਗਿਆ। ਚਲੋ ਜੀ, ਫਰੂਟ ਹੋ ਗਿਆ, ਕੱਚਾ ਬਿਨਾਂ ਅੱਗ ਤੋਂ ਖਾਣਾ ਅਸੀਂ ਸਾਰੀ ਚੀਜ਼। ਓਕੇ, ਬਿਨਾਂ ਅੱਗ ਤੇ ਉੱਤੇ ਜਿਹੜੀ ਵੀ ਚੀਜ਼ ਅੱਗ ਤੇ ਰੱਖਦੀ ਹੋਗੀ। ਓਕੇ, ਠੀਕ ਹੈ। ਨੈਚੁਰਲ ਇਨਗਰੀਡੀਐਂਟਸ। ਆਵਾਜ਼ ਹਾਂਜੀ ਸਰ, ਆਵਾਜ਼ ਤੁਹਾਡੀ ਬੰਦ ਹੋ ਗਈ ਸੀ ਫਿਰ ਦੁਬਾਰਾ ਵਿੱਚ, ਡਾਕਟਰ ਸੇਠੀ। ਹੁਣ ਮਾੜਾ ਜਿਹਾ ਬੋਲੋ ਦੁਬਾਰਾ। ਹਾਂਜੀ ਹਾਂਜੀ। ਸਾਨੂੰ ਇਹ ਮਤਲਬ ਕਿ ਬੱਚਿਆਂ ਨੂੰ ਜਿਹੜਾ ਕਲਚਰ ਹੈ ਸਾਡਾ, ਇਹ ਮੇਨ ਡਿਵੈਲਪਮੈਂਟ ਤਾਂ ਸਾਡੇ ਘਰ ਤੋਂ ਹੀ ਚੱਲਣੀ ਹੈ। ਸੋ ਅਸੀਂ ਘਰ ਦੇ ਵਿੱਚ ਆਪਣਾ ਆਵਾਜ਼ ਹਾਂਜੀ ਫਿਰ ਬੰਦ ਹੋ ਗਈ। ਹਸਬੈਂਡ ਵਾਈਫ ਲੜਦੇ ਰਹਿੰਦੇ ਆ, ਬੱਚਿਆਂ ਦੇ ਉੱਤੇ ਪੈਂਦਾ, ਉਹ ਉਹਨਾਂ ਦੇ ਸਾਹਮਣੇ ਐਸੀ ਹਰਕਤ ਨਾ ਕਰੀਏ। ਅਸੀਂ ਆਪਾਂ ਬੱਚਿਆਂ ਨੂੰ ਸੁਧਾਰਨ ਤੇ ਲੱਗੇ ਹੋਏ, ਆਪਾਂ ਆ ਨਹੀਂ ਆਵਾਜ਼ ਹੁਣ ਆ ਰਹੀ? ਹਾਂਜੀ, ਵਿੱਚ ਆ ਗਈ ਸੀ, ਵਿੱਚ ਬੰਦ ਹੋ ਗਈ ਸੀ। ਹਾਂਜੀ, ਕੰਟੀਨਿਊ ਸਰ, ਕੰਟੀਨਿਊ। ਅਸੀਂ ਪੇਰੈਂਟਸ ਨੇ ਦੇ ਵਾਸਤੇ ਲੱਗੇ ਹੋਏ, ਲੇਕਿਨ ਆਪ ਨਹੀਂ ਦੇਖਦੇ ਅਸੀਂ ਆਪ ਕਿੰਨੇ ਹਸਬੈਂਡ ਵਾਈਫ ਜਾਂ ਕੋਈ ਐਸੀ ਵੈਸੀ ਹਰਕਤ ਆ ਨਹੀਂ ਰਹੀ। ਹਾਂਜੀ, ਨਹੀਂ ਬਿਲਕੁਲ ਸਹੀ ਹੈ। ਇਹ ਵੀ ਡਾਕਟਰ ਨੇ ਦੱਸਿਆ ਕਿ ਹਾਂਜੀ ਸਰ, ਠੀਕ ਹੈ। ਤੁਸੀਂ ਦੱਸਿਆ ਕਿ ਬੱਚਿਆਂ ਨੂੰ ਘਰੇ ਪੇਰੈਂਟਸ ਨੂੰ ਲੜਨਾ ਨਹੀਂ ਚਾਹੀਦਾ, ਬੱਚਿਆਂ ਦੇ ਸਾਹਮਣੇ ਗੁੱਡ ਐਗਜ਼ਾਮਪਲ ਪੇਸ਼ ਕਰੋ। ਇਹ ਤੁਸੀਂ ਗੁੱਡ ਐਗਜ਼ਾਮਪਲ ਦੱਸੀ ਹੈ ਵੀ ਇਦਾਂ ਨਹੀਂ, ਬੱਚੇ ਜੋ ਦੇਖਣਗੇ ਉਹਨਾਂ ਤੇ ਉਹੀ ਅਸਰ ਪੈਣਾ ਹੈ। ਇਸ ਕਰਕੇ ਜੇ ਪੇਰੈਂਟਸ ਨੂੰ ਚਾਹੀਦਾ ਕਿ ਹਾਂਜੀ ਐਗਜ਼ਾਮਪਲ ਗੁੱਡ ਪੇਸ਼ ਕਰਨ, ਪੇਰੈਂਟਸ ਬੱਚਿਆਂ ਵਾਸਤੇ ਕਰ ਸਕਦੇ ਆ। ਜੇ ਘਰੇ ਲੜਾਈ ਦਾ ਮਾਹੌਲ ਹੈ ਤਾਂ ਬੱਚਿਆਂ ਨੇ ਤਾਂ ਫਿਰ ਉਹ ਜਿਹਾ ਗਲਤ ਅਸਰ ਪੈਣਾ ਹੀ ਪੈਣਾ ਹੈ। ਹਾਂਜੀ, ਬਿਲਕੁਲ ਸਹੀ ਹੈ। ਤੇ ਸਾਡਾ ਖਾਣ ਪੀਣ ਦੇ ਉੱਤੇ ਪ੍ਰੋਪਰ ਧਿਆਨ ਰੱਖੇ ਜੀ। ਖਾਣ ਪੀਣ ਦੇ ਨਾਲ ਹੀ ਇਹ ਸਾਰਾ ਚੱਕਰ, ਅਲਕਲਾਈਨ ਖਾਵਾਂਗੇ, ਸਾਤਵਿਕ ਖਾਵਾਂਗੇ ਤਾਂ ਸਾਤਵਿਕ ਵਿਚਾਰ ਵੀ ਸਾਤਵਿਕ ਪੈਦਾ ਹੋਣਗੇ ਅੰਦਰੋਂ। ਜਿਹੜੇ ਥਾਟਸ ਹੈ ਸਾਡੇ, ਉਹ ਅੱਛੇ ਥਾਟਸ, ਗੁੱਡ ਥਾਟਸ ਆਣਗੇ। ਜੇ ਅਸੀਂ ਖਾਂਦੇ ਹੀ ਤੇਜ਼ਾਬੀ ਪਏ ਆ, ਖਾ ਰਹੇ ਆ, ਤਾਂ ਐਸਿਡਿਕ ਸਾਡੇ ਅੰਦਰ ਤਾਮਸਿਕ ਵਿਚਾਰ ਆਣਗੇ, ਤਾਂ ਬੱਚਾ ਫਿਰ ਲੜੂਗਾ, ਝਗੜੂਗਾ, ਸਾਰਾ ਉਹੀ ਥਾਟਸ ਉਦਾਂ ਦੇ ਪੈਦਾ ਹੋਣੇ ਆ। ਖੁਰਾਕ ਦੀ ਜੈਸਾ ਖਾਵੇ ਅੰਨ ਵੈਸਾ ਹੋਵੇ ਮਨ, ਆਪਾਂ ਸੁਣਦੇ ਆ। ਨਹੀਂ, ਇਹ ਬਹੁਤ ਇਹ ਖੁਰਾਕ ਵੱਲ ਆਪਾਂ ਨੂੰ ਵੀ ਧਿਆਨ ਰੱਖਣਾ ਜ਼ਰੂਰੀ ਹੈ। ਠੀਕ ਹੈ ਸਰ, ਥੈਂਕ ਯੂ, ਤੁਹਾਡੀ ਬਹੁਤ ਗੁੱਡ ਸਲਾਹ ਦਿੱਤੀ। ਤੇ ਜੋ ਕੁਛ ਲੱਗਦਾ ਅੰਕਲ ਜੀ ਉਹਨਾਂ ਨੇ ਕਿਹਾ ਕਿ ਸਾਡੇ ਮਤਲਬ ਕਿ ਇਨਸਾਨ ਨੂੰ, ਜਿੱਦਾਂ ਤੁਸੀਂ ਵੀ ਕਹਿੰਦੇ, ਰਵੀ ਭਾਜੀ ਨੇ ਵੀ ਕਿਹਾ ਨਾ ਕਿ 1 ਘੰਟਾ ਦੇਣਾ ਚਾਹੀਦਾ ਹੈਗਾ, ਬਿਸਾਈਡਸ 1 ਘੰਟਾ। ਜੇ ਉਸ ਇਹ ਕਹਿ ਰਹੇ ਨੇ ਹੈਗੇ ਨਾ, ਸਾਨੂੰ ਘਰ ਦੀ ਸੈਟਿੰਗ ਵੀ ਇਸ ਹਿਸਾਬ ਨਾਲ ਕਰਨੀ ਚਾਹੀਦੀ ਹੈਗੀ ਆ ਕਿ ਜਿੱਥੇ ਦੀ ਵੀ ਅਸੀਂ ਲੰਘੀਏ ਉੱਥੇ ਸਾਨੂੰ ਉਹ ਚੀਜ਼ ਆਵੇ, ਜਿੱਦਾਂ ਹਾਂ ਘਰ ਦੇ ਵਿੱਚ ਪਰਮਾਤਮਾ ਦਾ ਪਰਮਾਤਮਾ ਦੇ ਲਈ ਅਸੀਂ ਇੱਕ ਜਗ੍ਹਾ ਬਣਾਈ ਹੋਵੇ, ਬੱਚਾ ਉੱਥੇ ਲੰਘੇ, ਉਹ ਅੱਛੀਆਂ ਗੱਲਾਂ ਸਾਰੀ ਸੈਟਿੰਗ ਘਰ ਦੇ ਵਿੱਚ ਹੋਵੇ ਨਾ। ਤੇ ਉਹ ਪਲੱਸ ਅੱਜ ਕੱਲ ਕਿਚਨ ਦੇ ਵਿੱਚ ਵੀ ਉਹ ਫੂਡ ਪਿਆ ਹੋਵੇ ਜਿਹੜਾ ਸਾਡੇ ਲਈ ਅੱਛਾ ਆ। ਜਿੱਦਾਂ ਇਹਨਾਂ ਨੇ ਕਿਹਾ ਕਿ ਉਹ ਰॉ, ਮਤਲਬ ਕਿ ਆਫ ਕੋਰਸ ਇਟਸ ਗੁੱਡ, ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਪਕਾਏ ਇਹਨਾਂ ਦਿੰਦੇ ਹਾਂ, ਅੱਗ ਤੇ ਸਾੜੇ ਇਹਨਾਂ ਦਿੰਦੇ ਹਾਂ,
ਉਹ ਸਾਰਾ ਕੁਝ ਤਾਂ ਉਹ 'ਚੋਂ ਇੱਕ ਟੇਸਟ ਰਹਿ ਜਾਂਦਾ, ਪਰ ਹਮ, ਜਿਹੜੀ ਚੀਜ਼ ਸਾਡੀ ਬਾਡੀ ਨੂੰ ਚਾਹੀਦੀ ਹੁੰਦੀ ਆ ਉਹ 'ਚ ਹੁੰਦੀ ਹੀ ਨਹੀਂ। ਨਹੀਂ ਹੁੰਦੀ, ਸਹੀ ਤੇ ਗੱਲ ਆ। ਹਰ ਇੱਕ ਉਹ ਸਾਰੇ ਹੀ ਘਰ ਨੂੰ ਆਈ ਥਿੰਕ ਆਈ ਜਸਟ ਲਰਨਡ ਸਮਥਿੰਗ ਨਿਊ ਕਿ ਆਪਣੇ ਘਰ ਨੂੰ ਵੀ ਉਸ ਹਿਸਾਬ ਦੇ ਨਾਲ ਸੈਟਿੰਗ ਕਰਨਾ ਚਾਹੀਦਾ ਹੈਗਾ ਕਿ ਐਵਰੀ ਮਤਲਬ ਕਿ ਸਟੈਪ ਦੇ ਉੱਪਰ ਉਹ ਚੀਜ਼ ਪਈ ਹੋਣੀ ਚਾਹੀਦੀ ਆ, ਸਾਨੂੰ ਦਿਖਾਈ ਦੇਵੇ, ਬੱਚੇ ਨੂੰ ਵੀ ਦਿਖਾਈ ਦੇਵੇ, ਤਾਂ ਜੋ ਕਿ ਮਤਲਬ ਕਿ ਇੱਕ ਤੁਹਾਨੂੰ ਉਹ ਮਤਲਬ ਕਿ ਸਟਰੈਂਥ ਮਿਲੇ ਕਿ ਯੈਸ ਉਹ ਲੀਵ ਦੈਟ ਜੰਕ ਫੂਡ ਅਲੋਨ, ਦਿਸ ਇਜ਼ ਆਵਰ ਲਾਈਫ। ਹਾਂਜੀ ਤੇ ਇੱਕ ਵਾਰੀ ਤੁਸੀਂ ਉਸ ਚੀਜ਼ ਨੂੰ ਸ਼ੁਰੂ ਹੋ ਜਾਂਦੇ ਹੈਗੇ ਆ ਤੇ ਉਹਨੂੰ ਤੁਸੀਂ ਹਮੇਸ਼ਾ ਹੀ ਫਾਲੋ ਕਰੋਗੇ। ਬਿਲਕੁਲ ਤੇ ਨਹੀਂ ਆਈ ਬਿਲ ਥਿੰਕ that ਹਾਂਜੀ was really really good message। ਹਾਂਜੀ, ਤੇ ਥੈਂਕ ਯੂ ਸਰ। ਤੇ ਆਪਣੇ ਨਾਲ ਉਰਮੀ ਸਿਸਟਰ ਵੀ ਹੈਗੇ ਆ, ਵੀ ਟੀਚਰ ਰਾਜਸਥਾਨ ਚ। ਹਾਂਜੀ, ਉਹ ਠੀਕ ਹੈ ਉਰਮੀ ਜੀ। ਜੀ ਇੱਕ ਜੇ ਹੈ ਡਾਕਟਰ ਰਾਜਪਾਲ ਵੀ ਆਏ ਹੋਏ, ਡਾਕਟਰ ਰਾਜਪਾਲ ਵੀ ਆਏ ਹੋਏ ਆ, ਹਾਂਜੀ ਡਾਕਟਰ ਡਾਕਟਰ ਰਾਜਪਾਲ। ਰਾਜਪਾਲ ਵੀ ਆਏ ਹੋਏ ਆ। ਹਾਂਜੀ, ਉਹ ਵੀ ਆਏ ਹੋਏ ਹਾਂਜੀ ਨੇ, ਦੋਨਾਂ ਨੂੰ ਟਾਈਮ ਦਿਓ ਥੋੜਾ ਥੋੜਾ। ਹਾਂਜੀ, ਡਾਕਟਰ ਰਾਜਪਾਲ ਦਿੱਲੀ ਏਮਸ ਹਸਪਤਾਲ ਚ ਡਾਇਰੈਕਟਰ ਹੈ। ਇਹਨਾਂ ਨਾਲ ਵੀ ਆਪਾਂ ਸਲਾਹ ਲੈਂਦੇ ਆ ਵੀ ਬੱਚਿਆਂ ਵਾਸਤੇ ਕੀ। ਹਾਂਜੀ ਡਾਕਟਰ ਰਾਜਪਾਲ, ਆਪਣਾ ਵੀਡੀਓ ਔਨ ਕਰੋ ਸਰ। राम जी का नाम सुनाई दे रहा है? Can you hear me? आ रही है, ये आ रही है डॉक्टर Yeah। साहब, आवाज आ रही है। इसकी बातें ਹਾਂਜੀ सर। डिस्कस हो, ਹਾਂਜੀ बहुत अच्छा लगता है। ਹਾਂਜੀ और जहाँ तक वो जो है, मैं एडिशन करना चाहता हूँ, जो बच्चों का जो डेवलपमेंट है, है 6-7 साल में डेवलप हो जाती है। वैसे तो पैदा होने से पहले ही डेवलप हो जाती है, तो इसका खास ध्यान रखा जाए। आजकल स्टडी है कि जब भी पेट में बच्चा होता है, जितने संस्कार उसमें डाले जाते हैं और 6 साल तक, वो सब बाद में चल के महत्वपूर्ण है। और खेल कूद पे बहुत ज्यादा ध्यान देना चाहिए। यहाँ तक कि आजकल बच्चों को जल्दी पढ़ाई लिखाई के लिए डाल देते हैं, तो उनको ओवरऑल डेवलपमेंट, जो ब्रेन का डेवलपमेंट है, जो केमिकल पॉजिटिव हार्मोन्स हैं, उनका असर, मतलब हैप्पीनेस रहते हैं बच्चे, खेलते कूदते एक्सरसाइज करते हैं, तो वो डेवलपमेंट अच्छा रहता है, खुश रहते हैं। अब शुरू से स्ट्रेस में डाल रहे हैं बच्चों को, तो उनका जो डेवलपमेंट है उतना हो नहीं रहा। तो आध्यात्मिक भी डेवलपमेंट होना जरूरी है। इसलिए जो बच्चे शुरू से एक्सरसाइज करते हैं या फील्ड में रहते हैं, आजकल हमने इसमें क्या देखा है कि जो बच्चे गांव से आ रहे हैं वो बहुत अच्छे हैं, उनका आईक्यू लेवल बहुत अच्छा है, जबकि शहरों में बच्चे उतने ज्यादा पढ़े लिखे नहीं हो रहे, क्योंकि उनका मेंटल डेवलपमेंट उतना नहीं हो रहा है, जो इंटेलेक्ट है जिसे कहते हैं, वो उतना नहीं हो रहा। इंटेलिजेंस कह सकते हो, स्मार्ट हो गए, ओवर स्मार्ट हो गए, लेकिन जो इंटेलेक्ट है वो बेसिकली गांव के बच्चों का, जो हार्ड वर्किंग इंटेलेक्ट है वो गांव के बच्चों का होता है। जो भी अच्छे डॉक्टर बन रहे हैं हार्ड वर्किंग इंटेलेक्ट, वो गांव से बन रहे हैं, शहरों से कम बन रहे हैं। तो यही मेरा कहना है। और जहाँ तक ये हार्मोन की बात हुई, मैं देखो ऑप्थेमोलॉजिस्ट हूँ, लेकिन ये एरिया जो आज मैं सुन रहा हूँ या बाद में कुछ 10 साल से सुना है, हमें भी नहीं पता था। ये बहुत बारीकियां हैं जो डॉक्टर प्रीति ने कहा कि हस्बैंड और वाइफ का झगड़ा ना करना, अमन चैन से रहना, और घर में कुछ ना कुछ कुरान, गीता या कोई ना कोई गुरु ग्रंथ साहब रखना चाहिए, ताकि एक डर होता है कि परमात्मा है, वो एग्जिस्ट करता है, एक डर होना चाहिए। लेकिन उसके साथ साथ उसका अपना भी डेवलपमेंट बहुत जरूरी है। ऐसी चीजें घर में डिस्कस होनी चाहिए। तो जहाँ तक हार्मोन है, डोपामाइन, एंडोर्फिन, और खाने की बात की, एल्कलाइन वाटर, मैं एलोपैथिक सिस्टम से पढ़ा हूँ, MBBS एम्स से किया है, लेकिन हमें ये नहीं पढ़ाया गया। अब पता चलता है कि सारा सिस्टम ही खाने से है। तो अब एम्स, अब हिंदुस्तान में भी, इंडिया में भी MBBS लिंक कर दिया गया है आयुर्वेद की तरह, ताकि हमें पता है क्या क्या खाना चाहिए। बहुत बड़ा पॉइंट है जो इन्होंने बताया कि एल्कलाइन फूड खाना चाहिए। एल्कलाइन जब भी, और देखो जितने भी ये फूड है, जितने भी नेचुरल फूड है, ये एनर्जी देते हैं, जबकि खाना जो पका हुआ खाना है वो एनर्जी लेता है। ये बहुत बड़ा फैक्ट है। तो हम खाना, जैसे जैसे एज बढ़ती है, खाने जो पचाने के लिए, डाइजेशन के लिए उतनी ज्यादा एनर्जी की रिक्वायरमेंट, इसलिए बचपन में तो ठीक चल जाता है, इसलिए बचपन से ही उनको फ्रूट, ड्राई चीजें, फ्रूट, वेजिटेबल्स खाने की आदत पड़ जाएगी, तो मेंटल सेटअप, जो मेंटल सेटिंग है वो भी वैसी वैसी हो जाएगी। तो बहुत अच्छा लगा, धन्यवाद। बाकी तो बहुत अच्छे डॉक्टर अभी ने बताए हैं, डॉक्टर ने बताया। एक और इसमें मैं एडिशन करूंगा। देखो जैसे अपना जब कंसीविंग होती है ना, तभी से ही बच्चे का ब्रेन तो डेवलप होने लग जाता है। कंसीविंग के दौरान जो मदर है, मदर को
उसका जो ज्ञान है ना, गर्भ के अंदर बच्चे को कैसे पालना है, ये भी बहुत जरूरी है। हम वो सारा दिन जो मदर है वो तो मोबाइल चला रही है या टीवी देख रही है, तो बच्चे के अंदर संस्कार कैसे, वो वैसे वाइब्रेशन, वो वैसे वाइब्रेट करेगा तो वैसे ही संस्कार पैदा होंगे। वो 9 महीने बहुत जरूरी है मदर के अंदर, बहुत जरूरी है। वो हमें देखो, नुक्स तो हमारा होता है, हम बना रहे बच्चा सही नहीं कर रहा, ये नहीं कर रहा, क्योंकि हमने उनको जो 9 महीने गर्भ के अंदर परवरिश किया, वो किस ढंग से की है। आते ही बच्चा मोबाइल पकड़ता है। क्यों पकड़ता है मोबाइल? बाहर निकलते ही देखो, महीने का बच्चा, अरे आंखें खराब उसकी, तब पकड़ता है क्योंकि 9 महीने मदर ने मोबाइल के साथ ही खेला है। मोबाइल 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 या टीवी। और इसका ये बहुत जरूरी है, ये ज्ञान देना भी बहुत जरूरी है। हम बच्चों को बाई प्रोडक्ट पैदा कर रहे हैं, प्रोडक्ट नहीं, जैसे कि इच्छा से पैदा नहीं कर रहे। आज 50 से 60% बच्चे शादी से पहले पैदा हो रहे हैं। इसका कभी बाद में बताऊंगा। बाई प्रोडक्ट स्ट्रेस में, टेंशन में पैदा हो रहे हैं, क्योंकि शादी बाद में हुई है, बच्चा पहले डेवलप हो गया है। तो जितने भी आंखों की बीमारी है, शरीर की बीमारी है, मेंटल बाई प्रोडक्ट है, स्ट्रेस में रह के हुई है, क्योंकि लव मैरिज, आके मैरिज, इंटरकास्ट मैरिज और बहुत सारी प्रॉब्लम होती है। तो ये बेसिक चीज को समझनी पड़ेगी कि हमें प्रोडक्ट करना है। प्रोडक्ट के लिए प्लानिंग होती है, अपने हृदय चक्र एक्टिवेट होते, चक्रों का एक्टिवेशन, प्रेम सर्कल डेवलप होना होता है, बहुत सारी चीजें जो होगी ताकि बच्चे सुधरेंगे। जो बच्चे हम कहते हैं कि बच्चे मेरे पे नहीं गया, तो इसका सारा रीजन है कि प्रोडक्ट नहीं कर रहे हैं हम, उसको प्लानिंग से नहीं कर रहे। बाई प्रोडक्ट है, हो गया कि हो गया, परमात्मा की कृपा होगी। ये बहुत प्लानिंग के साथ है। हमारे पहले सिस्टम में बहुत अच्छी थे, जैसे गौतम बुद्ध ऐसी पैदा हुआ, उसकी मदर जो है ध्यान लगाती थी। और आज भी ऐसी टेक्निक है, हम जिस तरह का बच्चा लाना चाहते हैं वैसे संस्कार पहले डेवलप करें, पहले फीड करें और वैसा बच्चा पैदा करें। तो आजकल प्रोडक्ट, बच्चों का प्रोडक्ट होना बहुत जरूरी है। बाई प्रोडक्ट नहीं कि हो गया चलो जी हो गया, ऐसा नहीं चाहिए। धन्यवाद। ठीक है, ओके, थैंक यू सर। बहुत ਵਧੀਆ ਤੁਹਾਡੀ डॉक्टर राजपाल ਜਿਹੜੇ हम कि इसमें काम कर रहे हैं, इस पे काम कर रहे हैं। हम हमारी स्टडी जारी है इसके ऊपर भी। जैसा बच्चा आपको चाहिए वैसा ही बच्चा पैदा होगा। अपनी ऊर्जा के साथ कैसे रहे 9 महीने वो हमारे साथ रहे, तो आपको जब डॉक्टर चाहिए तो डॉक्टर ही निकलेगा बाहर, इंजीनियर चाहिए तो इंजीनियर ही आएगा, और अध्यात्म चाहिए तो अध्यात्म आएगा। ऐसे हम कर रहे हैं स्टडी इसकी। हाँ जी, नहीं आपके साथ कंटिन्यू करेंगे, इसके ऊपर भी नेक्स्ट टॉपिक रखेंगे। तो ਸਾਡੇ ਨਾਲ ਜੁਆਇਨ, ਹਾਂਜੀ, ਤੇ ਉਰਮੀ ਸਿਸਟਰ ਹੈ, ਉਹ ਵੀ ਟੀਚਰ ਆਪਣੇ ਰਾਜਸਥਾਨ ਚ, ਜੇ ਉਹ ਹੈਗੇ ਤਾਂ ਉਹ ਵੀ ਆਪਣੀ ਸਲਾਹ गाइडेंस दे दो। जे उर्मी टीचर। उर्मी बेटा, नमस्कार, सभी को प्रणाम। हाँ जी, आप सबने बहुत अच्छे पॉइंट्स कवर किए, मैं लगातार सुन रही हूँ सुबह से ही। एक्चुअली हमारी मॉर्निंग है, आपके शाम होगी। हाँ जी, हाँ जी, योगा ग्रुप ही है हमारा, योगा ग्रुप ही है। एक गुरुजी के सानिध्य में हम लोग सब योगा कर रहे हैं। हाँ जी। मैं तो ज्यादा नहीं बोलूंगी क्योंकि आप लोगों ने बहुत अच्छे पॉइंट्स कवर किए हैं। मैं थोड़ा इतना ही कहूंगी कि एक्शन स्पीक्स लाउडर देन वर्ड्स, है ना। हम सिर्फ बच्चों को कहेंगे ये करना है, ये करना है, यहाँ चलना है, ये करना है, उससे ज्यादा मैं एग्जाम्पल अपने आप को सेट करूँ। मैं करूंगी तो मेरा बच्चा मुझे ऑब्जर्व करेगा कि मम्मा ये कर रही है, मम्मा को मंदिर जाना है, मम्मा थोड़ा टाइम स्पिरिचुअल थोड़ा टाइम दे रही है, या किसी को रिस्पेक्ट कर रही है। तो वो चीज वो मुझे ऑब्जर्व करेगा तो ही वो गेन करेगा, तो ही वो लेगा। मैं कहूंगी ये करना, ये नहीं, क्योंकि हमारा ब्रेन उस साइकोलॉजी में होता है कि जो ऑडियो विजुअल होता है ना, वो ज्यादा लॉन्ग लास्टिंग उनके दिमाग में रहती है। वो मुझे देखेगा, सुनेगा तो वो करेगा। सिर्फ कहने से वो हार्डली 4-6 दिन, 1 वीक, 15 दिन याद रखेगा, फिर वो भूल जाएगा। लेकिन देखा हुआ, सुना हुआ उसके दिमाग में लॉन्ग लास्टिंग रहेगा। और ये जो कल्चर जो आप कर रहे हो, फॉरेन कंट्रीज में, फॉरेन लैंड में रह के भी जो अपने आप कल्चर को संभाल के रखे हो, ये बहुत ही अच्छी बात है। आप लोग इस तरह से गैदरिंग होकर डिस्कस कर रहे हो। बस मैं इतना कहूंगी, हमें अपने रूट्स को नहीं छोड़ना है। हमारी कम कितने ही ऊपर उठ जाए, हमें हमारे रूट्स को पकड़ के, आप कितने ही मॉडर्नाइज हो जाओ ठीक है, लेकिन हमें हमारे रूट्स, हमारा कल्चर जो हम रिस्पेक्ट करते हैं, हमारी वैल्यूज है, इंडिया की वैल्यूज है, जो आप वहां पे रह के भी कर रहे हो, ये बहुत अच्छी बात है। और ज्यादा क्योंकि आप लोग बड़े हो, डॉक्टर साहब ने भी बहुत अच्छे पॉइंट्स कवर किए, गुरुजी ने भी करे, बस इससे ज्यादा मैं कुछ नहीं कहूंगी। थैंक यू अल्लाह। ठीक है, हाँ जी, थैंक यू। ਸਾਡੇ ਨਾਲ ਜੁਆਇਨ ਕੀਤਾ ਕੇਵਲ ਸਿੰਘ ਭਾਜੀ ਤੇ ਟਾਂਡੀ ਭਾਜੀ ਨੇ। ਹੋਰ ਟਾਂਡੀ ਭਾਜੀ, ਸਤਿ ਸ੍ਰੀ ਅਕਾਲ। उर्मी जी, ਸਤਿ ਸ਼੍ਰੀ ਅਕਾਲ ਜੀ ਡਾਕਟਰ। हाँ जी, टांडी भाजी, कोई सलाह दो, तुसी भी गाइडेंस कोई हो रहे दे बारे च। ਨਹੀਂ ਸਲਾਹ ਮਤਲਬ ਕਿ ਇਹਨਾਂ ਦੇ ਵਿਚਾਰ ਤਾਂ ਸਾਡੀਆਂ ਮਤਲਬ ਵੀ ਵਿਚਾਰਾਂ ਤੋਂ ਉੱਪਰ ਆ, ਅਸੀਂ ਤਾਂ ਸਪੀਚਲੈਸ ਆ। हाँ जी, ठीक है, Yeah. थैंक यू। ते केवल सिंह
ਆਪਣੇ ਤੁਸੀਂ ਵੀ ਅੱਜ ਸਬਜੈਕਟ ਇਹੀ ਸੀ ਕਿ ਕਿਵੇਂ ਇੰਪਰੂਵ ਕਰਨਾ ਹੈ ਕਮਿਊਨੀਕੇਸ਼ਨ ਪੇਰੈਂਟਸ ਤੇ ਬੱਚਿਆਂ ਦੇ ਵਿੱਚ, ਉਹਦੇ ਬਾਰੇ ਹੀ ਸਾਡੇ ਨਾਲ ਡਾਕਟਰ ਰਾਜਪਾਲ ਸੀ, ਡਾਕਟਰ ਸੇਠੀ, ਪ੍ਰੋਫੈਸਰ ਰਵੀ ਤੇ ਸਲਮਾਨ ਸ਼ੇਖ ਸੀ। ਤੁਸੀਂ ਵੀ ਕੁਝ ਕਹਿਣਾ ਚਾਹੋਗੇ? ਹਾਂਜੀ ਠੀਕ ਹੈ, ਜੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪੁਆਇੰਟ ਦਿੱਤਾ ਸੀਗਾ ਇੱਕ ਤੇ ਬਈ 9 ਮਹੀਨੇ ਬੱਚਾ ਮਾਂ ਦੇ ਗਰਭ ਦੇ ਵਿੱਚ ਰਹਿਣ ਤੋਂ ਬਾਅਦ ਜੋ ਸਿੱਖਦਾ ਆ ਉਹੀ ਚੀਜ਼ਾਂ ਆ ਕੇ ਬਾਹਰ ਉਹ ਕਰਦਾ ਵੀ ਆਪਾਂ ਕਹਿੰਦੇ ਆ ਵੀ ਬੱਚਾ ਆਉਂਦੇ ਸਾਰੇ ਬੜਾ ਵੀ ਸਾਡਾ ਤਾਂ ਮੁੰਡਾ ਵੀ ਕੰਪਿਊਟਰ ਵੀ ਚਲਾ ਲੈਂਦਾ, ਫੋਨ ਵੀ ਉਹਨੂੰ 4 ਮਹੀਨਿਆਂ ਦੇ 5 ਨੂੰ ਫੜਾ ਦਿਓ ਤੇ ਉਹ ਸਭ ਕੁਝ ਕਰਦਾ ਆ। ਉਹ ਰੀਜ਼ਨ ਉਹਦਾ ਉਹੀ ਆ ਵੀ ਜੋ ਬੱਚੇ ਨੇ ਉਸ ਵੇਲੇ ਮਾਂ ਦੇ ਗਰਭ ਦੇ ਵਿੱਚ ਚੀਜ਼ਾਂ ਨੂੰ ਆਬਜ਼ਰਵ ਕੀਤਾ ਹੈ। ਜੇ ਤਾਂ ਮਾਂ ਪਾਠ ਪੂਜਾ ਕਰਦੀ ਹੋਈ ਤੇ ਬੱਚੇ ਨੇ ਬਾਹਰ ਆ ਕੇ ਰੱਬ ਦਾ ਨਾਮ ਲੈਣਾ, ਭਲਾਈ ਦੇ ਕੰਮ ਕਰਨੇ ਆ, ਤੇ ਜੋ ਮਤਲਬ ਬੱਚੇ ਨੇ ਦੇਖਣਾ ਹੈਗਾ ਉਹੀ ਉਹਦੇ ਉੱਤੇ ਸੰਸਕਾਰਾਂ ਤੇ ਅਸਰ ਪੈਣਾ। ਜਿਸ ਤਰ੍ਹਾਂ ਕਿ ਮੈਂ 4-5 ਦਿਨ ਪਹਿਲਾਂ ਇੱਕ WhatsApp ਦੇ ਉੱਤੇ ਵੀਡੀਓ ਦੇਖੀ ਸੀ, ਉਹ ਤੋਂ ਮੈਨੂੰ ਪਤਾ ਲੱਗਿਆ ਉਹਨਾਂ ਨੇ ਮਤਲਬ ਸਟੱਡੀ ਕਰਕੇ ਕਿਹਾ ਵੀ ਜਿਸ ਤਰ੍ਹਾਂ ਆਪਣੇ ਦੱਸਿਆ ਜਾਂਦਾ ਸੀਗਾ ਨਹੀਂ ਤੰਬਾਕੂ ਜਿਹੜੀ ਹੈ ਜਗਤ ਝੂਠ ਆ, ਹਨਾ, ਤੇ ਇਹ ਆਪਣੇ ਜੀਊਸ ਦੇ ਘਰਾਂ ਦੇ ਵਿੱਚ ਕਹਿੰਦੇ ਇਹ ਆ ਵੀ ਉਸ ਘਰ ਦੇ ਵਿੱਚ ਮਾਂ ਗਰਭਵਤੀ ਆ, ਉਸ ਘਰ ਦੇ ਵਿੱਚ ਕੋਈ ਸਮੋਕਰ ਬੰਦਾ ਵੀ ਐਂਟਰ ਨਹੀਂ ਕਰਦਾ। ਉਹਨਾਂ ਨੇ ਕਹਿੰਦੇ ਘਰ ਮੂਹਰੇ ਲਿਖ ਕੇ ਲਗਾਇਆ ਹੁੰਦਾ ਬਈ ਬੱਚਾ ਮਤਲਬ ਮਾਂ ਇੱਥੇ ਗਰਭਵਤੀ ਮਾਂ ਰਹਿੰਦੀ ਆ। ਸਿਗਰਟ ਪੀਣ ਦੀ ਤਾਂ ਗੱਲ ਹੀ ਛੱਡ ਦਿਓ, ਸਿਗਰਟ ਪੀਣ ਵਾਲਾ ਬੰਦਾ ਵੀ ਉਸ ਘਰ ਦੇ ਵਿੱਚ ਐਂਟਰ ਨਹੀਂ ਕਰਦਾ ਕਹਿੰਦੇ। ਤੇ ਉਹ ਜਿਹੜਾ ਧੂਆਂ ਆ, ਉਹ ਧੂਆਂ ਜਿਹੜਾ ਆ ਵੀ ਉਹ ਮਤਲਬ ਕਹਿੰਦੇ ਵੀ ਜੇ ਸਿਰਫ ਮਾਂ ਸਿਗਰਟ ਪੀਏ ਚਾਹੇ ਨਾ ਪੀਏ, ਉਹਨਾਂ ਦੇ ਘਰ ਦੇ ਵਿੱਚ ਜੇ ਸਿਗਰਟ ਪੀਣ ਵਾਲਾ ਬੰਦਾ ਆ ਗਿਆ, ਧੂਆਂ ਉਸ ਬੱਤੇ ਤੇ ਗਿਆ ਤੇ ਕਹਿੰਦੇ 7 ਕੁਲਾਂ ਤੱਕ ਉਸ ਧੂਏ ਦਾ ਕਹਿੰਦੇ ਅਸਰ ਉਸ ਬੱਚੇ ਦੇ ਥਰੂ ਗਾਹਾਂ ਜਾਂਦਾ ਆ। ਜਿਹੜੀ ਗਰਭਵਤੀ ਮਾਂ ਨੇ ਇੱਕ ਧੂਆਂ ਵੀ ਜਿਹੜਾ ਮਤਲਬ ਵੀ ਸਿਗਰਟ ਪੀਣ ਵਾਲੇ ਦਾ ਉਹ ਸਾਹ ਲਿਆ ਹੈਗਾ ਜਿੱਥੇ। ਠੀਕ ਹੈ, ਨਹੀਂ ਇਹ ਤੇ ਜਦ ਕਿ ਆਪਾਂ ਦੇਖਦੇ ਹਾਂ ਵੀ ਅੱਜ ਕੱਲ ਜਿਹਨੂੰ ਅਮਰੀਕਾ ਦੇ ਵਿੱਚ ਮਾਡਰਨਾਈਜੇਸ਼ਨ ਕਹਿੰਦੇ ਆ, ਮੈਂ ਕਹਿੰਦਾ ਵੀ ਉਹ ਬੇੜਾ ਕਰਕੇ ਆਇਆ, ਉਹਨੂੰ ਕਹਿਣਾ ਚਾਹੀਦਾ ਬੇੜਾ ਕਰਕੇ ਆਇਆ, ਮਾਡਰਨਾਈਜੇਸ਼ਨ ਨਹੀਂ ਆ ਉਹ ਬੇੜਾ ਕਰਕੇ ਹੋਇਆ ਉਹਨਾਂ ਦਾ। ਬਈ ਉਹ ਜਨਾਨੀਆਂ ਸਿਗਰਟਾਂ ਪੀਂਦੀਆਂ, ਸ਼ਰਾਬਾਂ ਪੀਂਦੀਆਂ ਤੇ ਉਹ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਮਾਡਰਨਾਈਜ਼ ਹੋ ਰਹੇ ਹਾਂ, ਅਸੀਂ ਮਾਡਰਨ ਜ਼ਮਾਨੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਵੀ ਮਾਡਰਨ ਜ਼ਮਾਨਾ ਸਿਰਫ ਇਹੀ ਰਹਿ ਗਿਆ ਵੀ ਤੁਸੀਂ ਸਿਗਰਟਾਂ ਪੀਓ ਤੇ ਸ਼ਰਾਬਾਂ ਪੀਓ, ਤੇ ਇਹਦੇ ਵਿੱਚ ਇਹ ਮਾਡਰਨਾਈਜੇਸ਼ਨ ਫਸੀ ਹੋਆ। ਹੋਰ ਕਿਸੇ ਕੰਮ ਦੇ ਵਿੱਚ ਮਾਡਰਨਾਈਜੇਸ਼ਨ ਤੁਸੀਂ ਆਪਣੇ ਸਪਿਰਿਚੁਅਲ ਲਾਈਫ ਵਾਸਤੇ ਕੀ ਕੀਤਾ ਹੈਗਾ, ਉਹ ਚ ਕਿੰਨੇ ਕੁ ਮਾਡਰਨ ਹੋ ਗਏ ਆ। ਵੀ ਜਿਆਦਾ ਤੁਸੀਂ ਕਹੋ ਪਹਿਲਾਂ ਅਸੀਂ 2 ਵਾਰੀ ਗੁਰਦੁਆਰੇ ਜਾਂਦੇ ਸੀ ਤੇ ਹੁਣ 4 ਵਾਰੀ ਜਾਂਦੇ ਆ। ਮਾਡਰਨਾਈਜੇਸ਼ਨ ਜਿਹੜੀ ਤੁਸੀਂ ਕੀਤੀ ਆ, ਸਿਰਫ ਇੱਕ ਮੀਟ ਖਾ ਲਿਆ ਜਾਂ ਤੁਸੀਂ ਸ਼ਰਾਬਾਂ ਪੀ ਲਈਆਂ ਤੇ ਸਿਗਰਟਾਂ ਪੀ ਲਈਆਂ, ਕਲੱਬਾਂ 'ਚ ਚੱਲ ਗਏ, ਉਹਨੂੰ ਕਹਿਤਾ ਵੀ ਮਾਡਰਨ ਹੋ ਗਏ ਅਸੀਂ। ਪਹਿਲਾਂ ਬਾਲ ਲੰਮੇ ਰਹੇ ਸੀ, ਮਾਂ ਸਿਰ ਢੱਕ ਕੇ ਜਾਂਦੀ ਸੀ, ਤੇ ਹੁਣ ਪਟੇ ਰੱਖੇ ਵਾ ਤੇ ਉੱਪਰ ਸਕਾਰਫ ਲੈ ਲਿਆ, ਬਾਹਰ ਨਿਕਲਦੇ ਸਾਲ ਹੀ ਸਕਾਰਫ ਜੇਬ 'ਚ ਪਾ ਲੈਣਾ। ਇਹਨੂੰ ਮਾਡਰਨਾਈਜੇਸ਼ਨ ਕਹਿੰਦੇ ਆ। ਉਹੀ ਗਲਤ ਪਾਸੇ ਡਾਇਰੈਕਸ਼ਨ ਤੁਰੀ ਹੋਏ, ਡਾਇਰੈਕਸ਼ਨ ਹੀ ਗਲਤ ਹੋ ਗਈ, ਜਿਵੇਂ ਦੇਖਾ ਦੇਖੀ ਸਾਰੇ ਰੋਂਗ ਸਾਈਡ ਤੁਰੇ ਹੋਏ ਆ ਇਹਦੇ ਬਾਰੇ ਚ। ਹਾਂਜੀ, that's like cheating. ਇਹ ਉਹ ਚੀਟ ਜਿਹੜੀ ਕਰ ਰਹੇ ਆ, ਉਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਨਾਲ ਚੀਟਿੰਗ ਹੋ ਰਹੀ ਆ। ਇਹ ਆਪਣੇ ਆਪ ਨਾਲ ਵੀ ਕਰ ਰਹੇ ਆ ਤੇ ਫਿਊਚਰ ਨਾਲ ਵੀ ਕਰ ਰਹੇ ਆ। ਆਪਣੇ ਆਪ ਨੂੰ ਧੋਖੇ 'ਚ ਰੱਖ ਰਹੇ, ਉਹ ਸੋਚ ਰਹੇ ਵੀ ਅਸੀਂ ਵਧੀਆ ਬਣ ਰਹੇ ਹਾਂ, ਵਧੀਆ ਕੰਮ ਕਰ ਰਹੇ ਹਾਂ। ਮੇਰਾ ਨਹੀਂ ਖਿਆਲ ਵੀ ਮੈਂ ਤਾਂ ਨਹੀਂ ਕਹਿੰਦਾ ਉਹਨੂੰ ਵੀ ਹਾਂ ਠੀਕ ਆ, ਜਦੋਂ ਮਤਲਬ ਕਿਤੇ ਇਦਾਂ ਦੀ ਤੁਹਾਨੂੰ ਜ਼ਰੂਰਤ ਪੈਂਦੀ ਆ, ਚਲੋ ਡਾਕਟਰ ਨੇ ਕਿਹਾ ਆ, ਤੁਹਾਨੂੰ ਮੈਡੀਕਲੀ ਐਡਵਾਈਸ ਆ, ਉਹ ਦੈਟ ਇਜ਼ ਸਮਥਿੰਗ ਡਿਫਰੈਂਟ। ਪਰ ਕਈ ਬੰਦੇ ਇੰਨੇ ਸਦਕੀ ਆ, ਜੇ ਡਾਕਟਰ ਨੇ ਕਿਹਾ ਵੀ ਆ ਨਾ, ਉਹ ਕਹਿਣਗੇ ਵੀ ਸਾਨੂੰ ਆਰਾਮ ਆਉਣਾ ਹੋਊਗਾ ਆ ਜਾਵੇ, ਪਰ ਅਸੀਂ ਨਹੀਂ ਇਹ ਕੰਮ ਕਰਨਾ। ਨਾ ਤੇ ਅਸੀਂ ਆਂਡੇ ਖਾਣੇ ਆ ਤੇ ਨਾ ਮੀਟ ਖਾਣਾ ਹੈ। ਮੇਰੇ ਤਾਕਤ ਆਉਣੀ ਹੋਵੇ ਚਾਹੇ ਆ ਜਾਵੇ, ਨਹੀਂ ਆਉਣੀ ਹੋਵੇ ਨਾ ਆਵੇ। ਹਾਥੀ ਦੇ ਵਿੱਚ ਤਾਕਤ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਨਾ? ਹਾਥੀ ਮੀਟ ਖਾਂਦਾ? ਨਹੀਂ ਖਾਂਦਾ ਜੀ। ਨਹੀਂ। ਤੇ ਇੱਕ ਹਿੱਪੋ ਜਾਨਵਰ ਤੁਸੀਂ ਦੇਖ ਲਓ, ਤੁਸੀਂ ਘੋੜੇ ਦੀ ਤਾਕਤ ਆ। ਘੋੜਾ ਘਾਹ ਖਾਂਦਾ ਆ। ਘੋੜੇ ਦੇ ਵਿੱਚ ਆ, ਘੋੜਾ ਕਿੰਨਾ ਸਟਰੋਂਗ ਚੀਜ਼ ਆ। ਘੋੜਾ ਮੀਟ ਖਾਂਦਾ ਹੈ, ਯੂਜ਼ ਕਰਦੇ ਆ ਉਹਦੀ ਘੋੜੇ ਦੀ। घोड़ा सिर्फ घाह ही खाता ना। डॉक्टर साहब मैं कुछ बोलना चाहूंगी। हाँ बोलिए बेटा बोलिए आप। हाँ जी, प्रणाम सभी को।
हाँ जी, मैं प्रणाम जी। कविता हूँ, गुजरात सूरत से हूँ। हाँ जी। मेरी बेटी है, उसको जब कंसीव करना था, उन्होंने एक मैम का सेशन लिया था। तो वो बिफोर कंसीविंग, व्हेन शी वाज प्लानिंग टू कंसीव, तो उन्होंने उनका पूरा सेशन लिया। फिर शी प्रिपेयर्ड हरसेल्फ फॉर internally she prepared her for conceiving, and after 2.5 months of then she conceived, और 2.5 महीने की प्रेगनेंसी में उसको गर्भ संस्कार करवाया। और पूरी प्रेगनेंसी के दौरान वो जो डॉक्टर थी, होम्योपैथिक डॉक्टर है, उसने उसका पूरा सेशन लिया और उसको बेबी बॉय हुआ। और वो बच्चा इतना, आज वो 3 साल का बच्चा है, मेरा नाती है, वो इतना पॉजिटिव है, उसको अगर समझाओ तो वो समझ जाता है। उसको प्रेम है, भावना है, करुणा है, भक्ति भाव भी है उसको। हम उसको एक बार भी अगर बोलते हैं तो वो समझता है, वो उसको सब कर सकता है। मतलब बीइंग अ 3-year-old child, he is very very developed in all the senses। तो मैं वही कहना चाहती हूँ, अगर एक भी कोई भी माता प्रेग्नेंट होना चाहती है, एक स्त्री, तो अगर ये पूरा सेशन लेती है कोई भी डॉक्टर थ्रू के, वो गर्भ संस्कार करवाते हैं हमारे मंदिरों में, ये सब जो पूरे 9 महीने में कराते ना, तो बच्चा मेरे घर में ही है, तो वो बच्चा सब बच्चों से वो अलग ही है। सब टीचर, सब मैम, सब बोलते हैं कि कबीर, उसका नाम कबीर है, कबीर इज अ डिफरेंट बेबी, ही इज एन आउटस्टैंडिंग बेबी, वो सब बच्चों से अलग है। ये मेरा घर का अनुभव है, मैं वो शेयर करना चाहती हूँ कि हर प्रेग्नेंट एक्सपेक्टिंग टू बी अ मदर ये करे तो बहुत ही अच्छा। तो कविता जी कहने का मतलब ये है कि बच्चे के जन्म से पहले ही जो माँ के संस्कार होंगे, वही संस्कार है बच्चे में जाएंगे। ये 101% चीज है। इसीलिए हमारे धर्म में भी बोला गया है, सिख धर्म में, कि माँ को ये तंबाकू और ये शराब, मीट, ये चीजें, जो वो तामसिक चीजें माँ करेगी, बच्चा नेचुरली है कि वही चीज करेगा। अगर तो माँ भक्ति भाव वाली होगी, वो जो पॉजिटिव चीजें बच्चे में डालेगी, पॉजिटिव काम कर रही है और उसकी थिंकिंग भी पॉजिटिव है, तो बच्चा नेचुरली ही पॉजिटिव थिंकिंग वाला होगा। जैसे कि ये आप प्रैक्टिकल खुद बता रहे हैं कि हमारे घर में ये हैपन हो चुका है। So this is all depend upon atmosphere of the children's home when he is supposed to come in the world. What kind of atmosphere is there? So he will do the same thing whatever he observed there. Yes. तो उसके ससुराल में भी वही माहौल था, मेरे घर पे आती जाती थी, मेरे घर में भी यही माहौल था। तो वो बच्चा, वो मेरी बेटी भी खुद भी पॉजिटिव है, वो बेसिकली शी इज अ पॉजिटिव डॉटर। तो वो उसने ज्यादा अच्छे से ग्रेस्प कर लिया और ज्यादा इम्प्लीमेंट किया उसने खुद से। तो पूरा 9 महीने उसने वो हिसाब से ही किया है, अंडर द गाइडेंस ऑफ द डॉक्टर। डॉक्टरों ने तो जो बताना है, लेकिन जो धार्मिकता है ना, धार्मिकता इस चीज में ज्यादा काम करती है। धार्मिकता जो है वो ज्यादा काम करती है। जैसे मैं अपनी आप बताता हूँ अपने बारे में, हमें कुछ ज्ञान नहीं, कुछ नहीं हमको पता, लेकिन मुझे इतना पता है कि जब मैं छोटा था, सुबह जब मैं उठा करता था, तो मेरी मदर के एक साइड में, मतलब जैसे आप पालथी मार के बैठे हैं अभी, इस तरह मेरी मदर पालथी मार के सुबह उठने के वक्त पाठ किया करती थी, और एक साइड में उसके मैं होता था, दूसरी साइड में मेरी सिस्टर होती थी। पालथी लगा के उन्होंने दोनों को उसके ऊपर मतलब सिर रख के, सराहने की जगह जैसे पिल्लो की जगह में, तो उन्होंने जब हमारी आंख खुलनी, उन्होंने पाठ करते होना। कहने का मतलब ये है कि जो आप ग्रो अप होने के पहले भी जो संस्कार आपको मिले हैं घर में, वही संस्कार जो है वो बाहर आके डेवलप करने के लिए उसको अगर वैसा माहौल मिल जाए, तो 100% जो माँ की एक्सपेक्टेशन है वो बच्चे में जरूर आउटपुट उसको मिलेगी देखने के लिए। और हमारे में भी है ना, हम जब छोटे थे, हम जॉइंट फैमिली में रहते थे। ये उर्मी जी मेरी छोटी सिस्टर है, मैं बड़ी हूँ, दोनों बहनें हैं, हम सगी बहनें। तो हम जब छोटे थे तब हमारी दादी है, जॉइंट फैमिली में, तो सब सुबह उठना है, नहा धो के भगवान का नाम लेना है, उसके बाद ही आपको चाय नाश्ता मिलेगा। तो हम भी बचपन से वही संस्कार में बड़े हुए हैं, तो हमारे संस्कार हमारे बच्चों में आए, हमारे बच्चों के द्वारा उनके बच्चों में जाए। सही है, ठीक है।
Hanji. So, Hanji, thank you very much everyone for joining. Before we end, any other questions, any other suggestion in like the next couple minutes? नहीं, मेरा क्वेश्चन एक ही है डॉक्टर से। Hanji. भाई एक तो ना हमने बात कर ली गर्भ के, मान लो भी जब जो भी बच्चा गर्भ से सीखता है वही है। अभी गर्भ के बाद मान लो भी कितने टाइम तक वो बच्चा, अगर किसी को मान लो भी जो संस्कार गर्भ से नहीं मिले, वो गर्भ से बाद कितने टाइम तक वो उसको मतलब भी पेरेंट्स उसको चेंज करना चाहे तो कर सकते हैं? 6 साल की उम्र तक कर सकते हैं। 6 साल में हमारा ब्रेन क्या 6 साल तक बच्चे सीख सकते? 6 साल तक ये टाइम है जो गल्लां रह गईਆਂ ਇਹ ਸਮਰਾਈਜ਼ ਕੀਤਾ ਉਹਨਾਂ ਨੇ ਜਿੱਥੇ ਮੈਂ ਮਤਲਬ ਜਦੋਂ ਤੱਕ ਉਹਦਾ ਦਿਮਾਗ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦਾ ਨਾ, ਉਹ ਸੈਲਫ ਡਿਪੈਂਡੈਂਟ ਨਹੀਂ ਹੋ ਜਾਂਦਾ ਹੈਗਾ, ਆਪਣੇ ਆਪ ਹੀ ਚੱਲ ਫਿਰ ਨਹੀਂ ਸਕਦਾ, ਸੋਚ ਨਹੀਂ ਸਕਦਾ। ਜਿਸ ਤਰ੍ਹਾਂ ਇੱਕ ਗਾਣੇ 'ਚ ਵੀ ਹਿੰਦੀ 'ਚ ਕਹਿੰਦਾ ਵੀ ਜਬ तक समझो बच्चा है तब तक समझो सच्चा है, ज्यों-ज्यों उसकी उम्र बढ़े तन पर झूठ का मैल चढ़े। ਠੀਕ ਹੈ ਨਾ ਭਾਜੀ, ਉਹ ਗੱਲਾਂ ਸਹੀ ਆ। ਉਹ ਜਿਹੜੇ ਗਾਣੇ ਪਹਿਲਾਂ ਲਿਖੇ ਗਏ ਨਾ, ਉਹਨਾਂ ਦੇ ਪਿੱਛੇ ਕੋਈ ਮਤਲਬ ਸੀਗਾ। ਤੇ ਉਹ ਜਿੰਨਾ ਚਿਰ ਬੱਚਾ ਆ ਤਬ ਤੱਕ ਉਹ ਸੱਚਾ ਆ। ਜਿੱਦਾਂ ਹੀ ਉਹਦੀ ਉਮਰ बढ़ती है, ਕਹਿੰਦਾ ਵੀ जब तक समझो बच्चा है तब तक समझो सच्चा है, जब जैसे जैसे उसकी उम्र बढ़े तन पर झूठ का मैल चढ़े। ਤੇ ਉਹ ਦੇਖ ਕੇ ਵੀ ਪਾਪਾ ਅੰਦਰ ਹੁੰਦਾ ਆ, ਤੇ ਬਾਹਰੋਂ ਕਿਸੇ ਨੇ ਡੋਰ ਖੜਕਾਈ ਤਾਂ ਉਹਨੂੰ ਕਹਿ ਦੇਣਾ ਬੇਟਾ ਤੂੰ ਕਿਹਾ ਪਾਪਾ ਹੈ ਨਹੀਂ ਹੈ। ਤੇ ਉਹ ਬੱਚੇ ਨੇ ਕਹਾ ਉਹੀ ਸਿੱਖਣਾ ਆ। ਤੇ ਉਹ ਬੱਚੇ ਕਿ ਇਦਾਂ ਦੇ ਉਹ ਕਹਿੰਦੇ ਪਾਪਾ ਕਹਿ ਰਹੇ हैं कि बता दो पापा घर में नहीं है। ਤੇ ਉਹ ਬੱਚਾ ਸੱਚ ਬੋਲ ਰਿਹਾ ਆ, ਠੀਕ ਹੈ ਨਾ। ਹਾਂਜੀ ਦੇ ਬਾਵਜੂਦ ਵੀ। ਹਾਂਜੀ ਜਸਵੀਰ ਜੀ। ਹਾਂਜੀ ਸਰ। ਜਸਵੀਰ ਜੀ, ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਅੱਜ। ਹਾਂਜੀ ਪ੍ਰੋਫੈਸਰ ਰਵੀ ਕੰਟੀਨਿਊ ਸਰ। ਹਾਂਜੀ ਸਰ। ਹਾਂਜੀ, ਆਪਣੇ ਅੱਜ ਜਿੰਨੇ ਵੀ ਸਾਡੇ ਆਏ ਪਾਰਟਿਸਿਪੇਟ ਅਸੀਂ ਕੀਤਾ, ਮੈਨੂੰ ਬੜੀ ਜ਼ਿਆਦਾ ਖੁਸ਼ੀ ਹੋਈ। ਜਿਵੇਂ ਡਾਕਟਰ ਸਾਹਿਬ ਆਏ ਨੇ, ਹਨਾ, ਡਾਕਟਰ ਸੇਠੀ ਨੇ, ਮੈਮ ਹੁਣੀ ਨੇ, ਤਾਂ ਮੈਂ ਚਾਹੁੰਦਾ ਕਿਉਂਕਿ ਅੱਜ ਅਸੀਂ ਇਹ ਗੱਲ ਕੀਤੀ ਆ ਕਿ ਉਹ ਬਿਲਕੁਲ ਲੌਜੀਕਲ ਔਰ ਬਹੁਤ ਸਹੀ ਗੱਲਾਂ ਨੇ। ਬਟ ਹੁਣ ਇਹ ਹੈ ਕਿ ਬੱਚਾ ਜਿਹਨੇ ਕੰਸੀਵ ਕਰਨਾ ਉਹ ਫੋਲੋ ਕਰ ਸਕਦਾ, ਪਰ ਸਾਡੇ ਹੁਣ ਪੇਰੈਂਟਸ ਗਰੁੱਪਸ ਵਿੱਚ ਕੁਛ ਏਦਾਂ ਨੇ ਜਿਨ੍ਹਾਂ ਦਾ ਬੱਚਾ 20 ਸਾਲ ਦਾ, ਕਿਸੇ ਦਾ 10 ਸਾਲ ਦਾ, ਔਰ ਜਿਹੜੀਆਂ ਚੀਜ਼ਾਂ ਅਸੀਂ ਕਹਿੰਦੇ। ਹਾਂਜੀ ਸਰ ਕੰਟੀਨਿਊ। ਬਿਗਨਿੰਗ ਚ ਕਰ ਸਕਦੇ ਸੀ, ਬਿਗਨਿੰਗ ਟਾਈਮ ਉਹਨਾਂ ਦੇ ਹੱਥੋਂ ਨਿਕਲ ਗਿਆ। ਫੋਰ ਐਗਜ਼ਾਮਪਲ ਕੋਈ ਇਹੋ ਜਿਹਾ ਪੇਰੈਂਟਸ ਹੋ ਸਕਦਾ ਜਿਹਦਾ ਬੱਚਾ ਝੂਠ ਬੋਲਦਾ, ਕੋਈ ਇਹੋ ਜਿਹਾ ਪੇਰੈਂਟਸ ਹੋ ਸਕਦਾ ਜਿਹਦਾ ਬੱਚਾ ਚੀਜ਼ ਹੋ ਚੁੱਕੀ ਆ, ਇੰਪਰੂਵ ਕਰ ਸਕਦੇ ਹੋ, ਸੁਧਾਰ ਸਕਦੇ ਹੋ। ਵੀ ਜੇ ਬੱਚਾ ਵਿਗੜ ਗਿਆ ਤਾਂ ਇਹ ਇੱਕ ਸੈਸ਼ਨ ਸਾਡਾ ਇਸ ਚੀਜ਼ ਉੱਤੇ ਹੋਣਾ ਚਾਹੀਦਾ, ਕਿਉਂਕਿ ਹੁਣ ਕੰਸੀਵ ਕਰਨ ਵਾਲੀ ਜੇ ਕਿਸੇ ਦੇ ਹੱਥ 'ਚ ਗੱਲ ਨਹੀਂ ਰਹੀ, ਠੀਕ ਹੈ ਨਾ, ਤਾਂ ਉਸ ਉੱਪਰ ਇੱਕ ਸੈਸ਼ਨ ਰੱਖਿਆ ਜਾਵੇ। ਇਹ ਕਰ ਸਕਦੇ ਹਾਂ, ਅਸੀਂ ਇੰਪਰੂਵ ਕਰ ਸਕਦੇ ਹਾਂ। ਇਹ ਮੈਂ ਮੇਰੀ ਇਹ ਬਹੁਤ ਗੁੱਡ ਟੌਪਿਕ ਹੈ। ਜੇ ਕਿਸੇ ਦਾ ਬੱਚਾ ਵਿਗੜ ਗਿਆ, ਕਿਵੇਂ ਉਹਨੂੰ ਬੈਕ ਟੂ ਨਾਰਮਲ ਕਿਵੇਂ ਲੈ ਕੇ ਆਉਣਾ ਸਹੀ। ਹਾਂਜੀ, ਜਿਹੜੀ ਚੀਜ਼ ਹੱਥੋਂ ਲੰਘ ਚੁੱਕੀ ਆ, ਵਕਤ ਲੰਘ ਚੁੱਕਿਆ। ਹਾਂ ਨਹੀਂ, ਇਹ ਟੌਪਿਕ ਬਹੁਤ ਗੁੱਡ ਹੈ ਵੀ ਕਿਵੇਂ ਤੁਸੀਂ ਬੱਚੇ ਜਿਹੜੇ ਬੱਚੇ ਅਡਲਟ ਹੋ ਚੁੱਕੇ ਆ ਉਹਨਾਂ ਨੂੰ ਕਿਵੇਂ ਇੰਪਰੂਵ ਕਰਨਾ, ਉਹਨਾਂ ਦੀ ਹੈਬਿਟਸ। ਹਾਂਜੀ, ਪ੍ਰੋਬਲਮ ਫੇਸ ਹੋ ਰਹੀ ਆ। ਹਾਂਜੀ ਹਾਂਜੀ ਬਿਲਕੁਲ। ਤੇ ਹਾਂਜੀ, ਇਹੋ ਜਿਹਾ ਟਾਂਡੀ ਭਾਜੀ ਨੇ ਨਾ ਕੁਐਸਚਨ ਕੀਤਾ ਸੀਗਾ, ਉਦਾਂ ਹੀ ਮਾੜਾ ਜਿਹਾ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਉਧਰੋਂ ਤਾਂ ਆਵਾਜ਼ ਨਹੀਂ ਆ ਰਹੀ ਹੈਗੀ। ਹਾਂਜੀ ਉਹ ਡਾਕਟਰ ਇਹੀ ਆ ਕਿ ਜਿੱਦਾਂ ਟਾਂਡੀ ਭਾਜੀ ਨੇ ਇਹ ਕਿਹਾ ਨਾ ਕਿ ਜਦੋਂ ਕਦ ਤੱਕ ਅਸੀਂ ਬੱਚੇ ਨੂੰ ਨਾ ਠੀਕ ਕਰ ਸਕਦੇ ਹੈਗੇ ਆ, 3 4 5 6 ਸਾਲ। ਪਹਿਲੀ ਗੱਲ ਤਾਂ ਇੱਥੇ ਹੀ ਮੁੱਕ ਜਾਂਦੀ ਹੈਗੀ ਆ ਕਿ ਅੱਜ ਤੁਹਾਨੂੰ ਯਾਦ ਆ ਗਿਆ ਠੀਕ ਕਰਨੇ ਦਾ, ਜਿੱਦਾਂ ਅਸੀਂ ਉਹਨਾਂ ਦੀਆਂ ਸਿਆਣਿਆਂ ਦੀ ਗੱਲਾਂ ਸੁਣੀਆਂ ਹੈਗੀਆਂ, ਪਹਿਲਾਂ ਹੀ ਕਿਉਂ ਨਹੀਂ ਤੁਸੀਂ ਉਹ ਕੰਮ ਕਰਦੇ ਕਿ ਉਹ ਤੁਹਾਨੂੰ ਉੱਥੇ ਤੱਕ ਉਹ ਤੁਹਾਨੂੰ you don't have to go through that 1 2 3 4 years ਪਹਿਲਾਂ ਤੋਂ ਹੀ, you know, if you're wise enough you start out with ਉਹ ਪੋਜ਼ਿਟਿਵਿਟੀ ਦੇ ਨਾਲ ਉਸ ਬੱਚੇ ਨੂੰ ਦੀ ਪਰਵਰਿਸ਼ 1 ਸਾਲ ਤੋਂ ਸ਼ੁਰੂ ਕਰ ਦਿੱਤੀ ਜਾਵੇ, ਹਨਾ। 1 2 3 ਜਿੱਦਾਂ ਉਹ ਵੱਧ ਮਤਲਬ ਕਿ ਵਧੀ ਜਾ ਰਹੀ ਹੈਗੀ ਆ, ਉਹ ਪੋਜ਼ਿਟਿਵਿਟੀ ਦੇ ਨਾਲ, ਹਨਾ, ਉਹ ਰਾਈਜ਼ ਹੋ ਰਿਹਾ ਹੈਗਾ, ਤਾਂ ਫਿਰ ਉਹਦੀ ਹੈਬਿਟ ਬਣ ਜਾਏਗੀ। ਉਹ ਕਦੀ ਵੀ ਉਹ ਚੇਂਜ ਨਹੀਂ ਹੋਊਗਾ। ਜਿਹੜੀ ਕਿਸੇ ਦੀ ਬੰਦੇ ਦੀ ਹੈ ਨਾ ਬੈਡ ਹੈਬਿਟ ਹੁੰਦੀ ਆ, ਉਹ ਵੀ ਚੇਂਜ ਨਹੀਂ ਕਰ ਸਕਦਾ। ਜਿਹੜੀ ਪੋਜ਼ਿਟਿਵ ਜਾਂ ਗੁੱਡ ਹੈਬਿਟ ਹੁੰਦੀ ਆ, ਉਹ ਵੀ ਚੇਂਜ ਨਹੀਂ ਕਰ ਸਕਦਾ। So to begin with, why not start out with the good, you know, ਕਿਉਂਕਿ ਪਹਿਲਾਂ ਤਾਂ ਸ਼ੁਰੂ ਤੋਂ ਹੀ ਕਿਉਂ ਪਹਿਲਾ ਸੰਸਕਾਰ ਜਿਹੜੇ ਆਉਂਦੇ ਸੀ ਨਾ,
ਪਹਿਲਾਂ ਹਾਂਜੀ ਸੰਸਕਾਰ ਆਉਂਦੇ ਸੀ, ਆਪਣੇ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਸੀ ਬੱਚਾ, ਜੁਆਇੰਟ ਫੈਮਿਲੀ ਦੇ ਵਿੱਚ ਬਹੁਤ ਕੁਝ ਸਿੱਖਦਾ ਸੀ। ਹੁਣ ਅੱਜ ਕੱਲ ਇੰਡੀਪੈਂਡੈਂਟ ਇਕੱਲੇ ਰਹਿ ਰਹੇ ਹਾਂ ਅਸੀਂ, ਤੇ ਤਾਂ ਇਹ ਰੌਲਾ ਪੈ ਰਿਹਾ ਸਾਰਾ, ਇੱਥੋਂ ਹੀ ਰੌਲਾ ਪਿਆਗਾ। ਹਾਂਜੀ ਉਹੀ ਨਹੀਂ ਗੱਲ ਹੁਣ ਹੋ ਗਈ ਵੀ ਨਾ ਜੀ, ਓਕੇ ਮਾਡਰਨਾਈਜੇਸ਼ਨ ਜਿਹਨੂੰ ਕਹਿੰਦੇ, ਮਾਡਰਨਾਈਜੇਸ਼ਨ ਬਿਲਕੁਲ ਚੇਂਜ ਹੋ ਜਾਂਦਾ ਬੱਚਾ। ਓਕੇ ਸਰ, ਥੈਂਕ ਯੂ ਵੈਰੀ ਮਚ, ਥੈਂਕਸ एवरीवन ਫॉर ਜੁਆਇਨਿੰਗ। ਤੇ ਤੇ ਹਾਂਜੀ ਤੇ ਅਸੀਂ ਮੈਂ ਨਾ ਇਹੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿ ਦੇਖੋ, ਜਿੱਦਾਂ ਰਵੀ ਭਾਜੀ ਨੇ ਵੀ ਕਿਹਾ, ਆਈ ਐਮ ਵੈਰੀ ਗਲੈਡ ਕਿ ਦੇਖੋ ਅੱਜ ਕਿੰਨੇ ਮਤਲਬ ਕਿ ਸਾਡੇ ਨਾਲ ਜੁੜੇ ਹੈਗੇ ਨੇ ਨਾ, ਬਟ ਮੈਂ ਇਹ ਨੋਟ ਕੀਤਾ ਕਿ ਅਸੀਂ ਉਹੀ 3 4 5 ਜਾਣੇ ਹੀ ਹੈਗੇ ਆ ਇੱਥੋਂ ਲੋਕਲ, ਤੇ ਦੂਰੋਂ ਜਦੋਂ ਸਾਡੇ ਨਾਲ ਜੁੜ ਸਕਦੇ ਹੈਗੇ ਨਾ, ਇੱਕ ਰਿਕੁਐਸਟ ਆ ਕਿ ਆਈ ਨੋ ਐਵਰੀਬਾਡੀ ਹੈਜ਼ ਅ ਪ੍ਰੋਬਲਮ ਇਨ ਥੀਸ ਡੇਜ਼, ਕਿ ਸਾਰੇ ਜਾਣੇ ਪਲੀਜ਼ ਪਾਰਟਿਸਿਪੇਟ ਕਰੋ ਲੋਕਲ ਵੀ, ਤਾਂ ਜੋ ਕਿ ਅਸੀਂ ਇੱਕ ਕਿਸਮ ਦਾ ਉਹ ਇਹ ਸਾਨੂੰ ਹਨਾ ਇੱਕ ਯੂਨਿਟੀ, ਇੱਕ ਏਕਤਾ ਜੀ ਪੈਦਾ ਕਰਦੀ ਹੈ ਸਾਡੇ ਦੇ ਵਿੱਚ। ਉਹ ਆਈ ਡੋਨਟ ਨੋ ਕਿ ਇੱਕ ਖੁਸ਼ੀ ਵਾਲੀ ਗੱਲ ਆ ਕਿ ਜਦੋਂ ਅਸੀਂ ਏਦਾਂ ਇਕੱਠੇ ਹੋ ਕੇ ਗੱਲ ਕਰਦੇ ਹੈਗੇ ਆ, ਤੇ ਅਸੀਂ ਅੱਜ 4 5 ਜਾਣੇ ਆ। ਆਈ ਵਿਸ਼ ਕਿ ਅਸੀਂ ਜਿਹੜੀ ਸਾਡੀ ਆਪਣੀ ਕਮਿਊਨਿਟੀ ਹੈਗੀ ਆ, since you know the information channels locally here, I don't know why nobody's participating. I think that they all should request ਹੀ ਕਰ ਸਕਦੇ ਆ ਜੀ ਕਿ ਸਾਡੇ ਨਾਲ ਜੁੜੋ, ਕੋਈ ਵੀ ਮਸਲਾ ਹੈਗਾ, ਕੋਈ ਵੀ ਗੱਲਬਾਤ ਹੈਗੀ ਹੈ, ਸ਼ੇਅਰ ਕਰੋ। ਸ਼ੇਅਰ ਕਰਨੇ ਦੇ ਨਾਲ ਉਹ ਸਾਰੀਆਂ ਨੈਗੇਟਿਵਿਟੀਜ਼ ਦੂਰ ਹੋ ਜਾਂਦੀਆਂ ਨੇ। ਬਿਲਕੁਲ ਹਾਂਜੀ, ਠੀਕ ਹੈ ਭਾਜੀ। ਬਿਲਕੁਲ ਸਰ, thank you very much, thanks everyone for joining, especially thanks to Professor Ravi, Salman Sheikh, Dr. Surjit Sethi, ਹੋਰ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਥੈਂਕ ਯੂ, ਤੁਸੀਂ ਸਾਰਿਆਂ ਨੇ ਜੁਆਇਨ ਕੀਤਾ ਅਗੇਨ, ਬਹੁਤ ਵਧੀਆ ਸਰ।